ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਟੀ ਕੇ ਦੋਏ ਚੌਧਰੀ ਢਿੱਲੋਂ ਲਾਲ ਲੰਗਾਹ ਕਰੀ ਆਨ ਕਰ ਬੰਦਨਾ ਸ਼੍ਰੀ ਅਰਜਨ ਪਾਹੇ
ਸ਼੍ਰੀ ਗੁਰ ਅਰਜਨ ਪਾਹੇ ਪੱਟੀ ਕੇ ਦੋਏ ਚੌਧਰੀ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਅੰਤਰਯਾਮੀ, ਸੁੱਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਜੀ ਧੰਨ ਸ੍ਰੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੂੰ ਭਾਈ ਜਸਵੀਰ ਸਿੰਘ ਜੀ ਨੇ ਸਰਵਣ ਕਰਾਇਆ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਗਰੀਬ ਨਵਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਦੁਨੀਆ ਦੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ। ਇਸ ਧਰਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ ਜੀ। ਉਹ ਕਥਾ ਚੱਲ ਰਹੀ ਹੈ ਸੰਗਤ ਜੀ। ਆਪ ਜੀ ਨੇ ਕੱਲ੍ਹ ਦੇ ਦਿਨ ਸਰਵਣ ਕੀਤਾ। ਹਰਿਮੰਦਰ ਸਾਹਿਬ ਜੀ ਦਾ ਸਰੋਵਰ ਮੀਂਹ ਦੇ ਜਲ ਨਾਲ ਲਬਾਲਬ ਭਰ ਗਿਆ ਤੇ ਦਰਬਾਰ ਸਾਹਿਬ ਦੀ ਕੁਰਸੀ ਹਰਿਮੰਦਰ ਸਾਹਿਬ ਦੀ ਤਿਆਰ ਹੋ ਗਈ ਜੀ। ਅਚਾਨਕ ਹੀ ਸਰੋਵਰ ਸੁੱਕ ਗਿਆ ਜੀ, ਸਹਿਜੇ ਸਹਿਜੇ ਸੁੱਕ ਗਿਆ ਜੀ। ਉਹ ਸਿੱਖ ਬੜੇ ਚਿੰਤਤ ਹੋਏ, ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ, ਇਹ ਸਰੋਵਰ ਨਾ ਅਜੇ ਤ੍ਰਿਪਤ ਨਹੀਂ ਹੋਇਆ। ਕਹਿਣ ਲੱਗੇ, ਇਹਨੂੰ ਸੰਤੋਖ ਪਤਾ ਕਦੋਂ ਆਉਣਾ ਹੈ? ਜਦੋਂ ਸੰਤੋਖ ਸਰ ਦੀ ਮਿੱਟੀ ਲਿਆ ਕੇ ਇੱਥੇ ਪਾਓਗੇ। ਕਾਰਨ ਸੀਗਾ ਥੱਲੜੀ ਮਿੱਟੀ ਰਤੀਲੀ ਸੀਗੀ ਜੀ। ਜਦੋਂ ਚੀਕਣੀ ਮਿੱਟੀ ਸੰਤੋਖ ਸਰ ਸਾਹਿਬ ਦੀ ਆਈ ਜੀ, ਉਹ ਚੀਕਣੀ ਮਿੱਟੀ ਨਾਲ ਪਾਣੀ ਨਹੀਂ ਸਿਮਦਾ ਜੀ। ਇਸ ਕਰਕੇ ਉਹ ਫਿਰ ਸਰੋਵਰ ਵਿੱਚ ਜਲ ਠਹਿਰਿਆ ਜੀ। ਕੱਲ ਤੁਸੀਂ ਕਥਾ ਸੁਣੀ। ਫਿਰ ਮੀਂਹ ਆਇਆ, ਸਰੋਵਰ ਲਬਾਲਬ ਭਰ ਗਿਆ। ਸੰਗਤਾਂ ਦੇ ਮਨਾਂ ਵਿੱਚ ਬੜਾ ਵੱਡਾ ਚਾਅ ਹੈ, ਬਹੁਤ ਵੱਡਾ ਚਾਅ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਅੰਮ੍ਰਿਤਸਰ ਵਿੱਚ ਬਾਜ਼ਾਰ ਵਸਣ ਲੱਗ ਪਏ ਜੀ, ਘਰ ਬਣਨ ਲੱਗ ਪਏ ਜੀ, ਤੇ ਬਹੁਤ ਦੂਰੋਂ ਦੂਰੋਂ ਲੋਕ ਆਉਣ ਲੱਗ ਪਏ ਜੀ। ਤੇ ਲਾਹੌਰ ਦੇ ਇਲਾਕੇ ਵਿੱਚੋਂ ਕੁਝ ਕੁ ਬੰਦਿਆਂ ਨੇ ਈਰਖਾ ਵਾਸਤੇ ਗੱਲਾਂ ਕੀਤੀਆਂ ਕਿ ਹਰਿਮੰਦਰ ਵਾਹਿਗੁਰੂ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਗੁਰੂ ਰਾਮਦਾਸ ਜੀ ਦਾ, ਰਾਮਦਾਸਪੁਰ, ਇਹ ਨੀਵੀਂ ਥਾਂ ਤੇ ਹੈਗਾ ਹੈ। ਮੀਂਹ ਵਿੱਚ ਚਾਰੇ ਪਾਸਿਓਂ ਪਾਣੀ ਆ ਕੇ ਖਲੋ ਜਾਂਦਾ ਹੈ। ਉਹ ਲੋਕ ਮੂਰਖ ਨੇ ਜਿਹੜੇ ਇੱਥੇ ਘਰ ਬਣਾ ਰਹੇ ਨੇ ਜੀ। ਜਿਹੜੀ ਨਿੰਦਿਆ ਹੈ ਜੀ, ਉਹ ਜ਼ਬਰਦਸਤੀ ਬੰਦੇ ਦੇ ਮਨ ਤੇ ਅਸਰ ਕਰ ਦਿੰਦੀ ਜੀ। ਕੋਈ ਪੂਰਾ ਹੋਵੇ ਉਹਦੇ ਮਨ ਤੇ ਨਹੀਂ ਅਸਰ ਕਰਦੀ ਜੀ। ਆਮ ਪ੍ਰੇਮੀਆਂ ਦੇ ਮਨ ਤੇ ਅਸਰ ਕਰ ਗਈ ਜੀ। ਪ੍ਰੇਮੀ ਮਹਾਰਾਜ ਕੋਲ ਆਏ, ਮਹਾਰਾਜ ਇਹੋ ਜਿਹੀਆਂ ਗੱਲਾਂ ਸੁਣਨ ਚ ਆ ਰਹੀਆਂ ਨੇ। ਮਹਾਰਾਜ ਕਹਿੰਦੇ ਤੁਸੀਂ ਪਰਵਾਹ ਨਹੀਂ ਕਰਨੀ। ਜਿਵੇਂ ਚਾਰੇ ਪਾਸਿਓਂ ਪਾਣੀ ਆਉਂਦਾ ਹੈ ਨਾ, ਉਵੇਂ ਚਾਰੇ ਪਾਸਿਓਂ ਲੋਕਾਂ ਨੇ ਆਉਣਾ ਤੇ ਮਾਇਆ ਨੇ ਆਇਆ ਕਰਨਾ ਇੱਥੇ। ਕਹਿੰਦੇ ਤੁਸੀਂ ਪਰਵਾਹ ਨਹੀਂ ਕਰਨੀ। ਬੜੇ ਹੀ ਪਿਆਰ ਦੇ ਨਾਲ ਕਹਿਣ ਲੱਗੇ, ਲੱਗੇ ਰਹੋ, ਲੱਗੇ ਰਹੋ ਜੀ। ਉਹਨਾਂ ਦੇ ਮਨ ਚੜ੍ਹਦੀ ਕਲਾ ਵਿੱਚ ਹੋ ਗਏ ਜੀ। ਸੁਣ ਕੇ ਗੱਲ ਉਤਸ਼ਾਹ ਬਣ ਗਿਆ। ਕੱਲ ਕਥਾ ਤੁਸੀਂ ਸੁਣੀ, ਬੜੇ ਲੰਬੇ ਵਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਜੀ। ਵੀ ਇੱਥੇ ਤੇ ਬਹੁਤ ਵੱਡਾ ਸ਼ਹਿਰ ਬਣਨਾ ਹੈ, ਬੜਾ ਵੱਡਾ ਵਪਾਰ ਹੋਣਾ ਹੈ, ਬਹੁਤ ਕੁਝ ਇੱਥੇ ਹੋਣਾ ਹੈ ਆਉਣ ਵਾਲੇ ਸਮੇਂ 'ਚ। ਇੱਥੇ ਜ਼ਮੀਨ ਨਹੀਂ ਛੇਤੀ ਮਿਲਿਆ ਕਰਨੀ। ਸੋ ਸਾਰੀ ਕਥਾ ਕੱਲ ਤੁਸੀਂ ਸੁਣੀ। ਕੁਝ ਪ੍ਰੇਮੀ ਬਾਣੀਏ ਇਕੱਠੇ ਹੋ ਕੇ ਮਹਾਰਾਜ ਕੋਲ ਆਏ ਹੈ, ਦੁਕਾਨਦਾਰ ਜੀ।
ਉਹ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਰੀ ਸਾਰੀ ਦਿਹਾੜੀ ਦੁਕਾਨ ਖੋਲ ਕੇ ਬੈਠੇ ਰਹਿੰਦੇ ਆ, ਕੋਈ ਗ੍ਰਾਹਕ ਹੀ ਨਹੀਂ ਆਉਂਦਾ ਮਹਾਰਾਜ। ਤੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਜੁਗਤੀ ਦੱਸੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਉਹਨਾਂ ਨੂੰ ਜੁਗਤੀ ਦੱਸੀ। ਮਹਾਰਾਜ ਕਹਿੰਦੇ ਗਾਹਕ ਆਉਣੇ ਕਿਵੇਂ ਆ? ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰੋ, ਧਿਆਨ ਨਾਲ ਬਾਣੀ ਪੜੋ ਤੇ ਦਰਬਾਰ ਸਾਹਿਬ ਆ ਕੇ ਦਰਸ਼ਨ ਕਰਿਆ ਕਰੋ, ਹਰਮੰਦਰ ਦੇ ਦਰਸ਼ਨ ਕਰਿਆ ਕਰੋ, ਜਥਾ ਸ਼ਕਤ ਭੇਟਾ ਰੱਖੋ। ਇਹ ਕਾਰਜ ਕਰਕੇ ਦੁਕਾਨ ਤੇ ਜਾਓ, ਤੁਹਾਨੂੰ ਲਾਭ ਹੀ ਲਾਭ ਹੋਏਗਾ। ਸ਼ਾਮੀ ਫੇਰ ਆ ਕੇ ਨਮਸਕਾਰ ਕਰੋ। ਮਹਾਰਾਜ ਕਹਿਣ ਲੱਗੇ, ਹਰਮੰਦਰ ਅਸਥਾਨ ਤੇ ਨਮਸਕਾਰ ਕਰਨ ਵਾਲੇ ਦੀ ਕੋਈ ਵੀ ਇੱਛਾ ਅਧੂਰੀ ਨਹੀਂ ਰਹੇਗੀ। ਪਰਮੇਸ਼ਰ ਦੀ ਉਹਦੀ ਇੱਛਾ ਜ਼ਰੂਰ ਪੂਰੀ ਕਰਨਗੇ। ਕਹਿਣ ਲੱਗੇ, ਮਾਇਆ ਦੀ ਤੇ ਗੱਲ ਛੱਡ ਦਿਓ ਨਾ, ਵੀ ਮਾਇਆ ਨਹੀਂ ਆ ਰਹੀ। ਮਾਇਆ ਦੀ ਤੇ ਗੱਲ ਛੱਡੋ, ਲక్ష్ਮੀ ਉਸ ਬੰਦੇ ਦੇ ਘਰ ਆ ਕੇ ਬਹਿ ਜਾਏਗੀ ਜਿਹੜਾ ਹਰਮੰਦਰ ਦੀ ਸੇਵਾ ਕਰੇਗਾ। ਕਹਿਣ ਲੱਗੇ, ਹਰਮੰਦਰ ਸਾਹਿਬ ਨੂੰ ਬੜੇ ਬੜੇ ਵਾਰ ਕੀ ਮਹਾਰਾਜ ਗਰੀਬ ਨਵਾਜ ਜੀ ਨੇ ਦਿੱਤੇ ਹੈ। ਅਕਾਲ ਪੁਰਖ ਜੀ ਦਾ ਆਪਣਾ ਘਰ ਹੈ ਜੀ ਇਹ ਜੀ। ਹਾਂਜੀ, ਕਿਸੇ ਵੱਡੇ ਦੇ ਘਰ ਜਾਈਏ ਤੇ ਸੰਗਤ ਜੀ ਬੰਦੇ ਨੂੰ ਹੁੰਦਾ ਵੀ ਅੱਜ ਅਸੀਂ ਫਲਾਣੇ ਦੇ ਘਰੋਂ ਹੋ ਕੇ ਆਏ ਆ। ਅਕਾਲ ਪੁਰਖ ਜੀ ਦਾ ਘਰ ਹੈ, ਇੱਥੇ ਖਾਲੀ ਨਹੀਂ ਮੁੜਦਾ ਕੋਈ ਜੀ। ਸੰਗਤ ਜੀ, ਆਮ ਬੰਦੇ ਦੇ ਘਰ ਵਿੱਚੋਂ ਹੋ ਸਕਦਾ ਕੋਈ ਖਾਲੀ ਮੁੜ ਜੇ, ਅਕਾਲ ਪੁਰਖ ਤੇ ਸਤਿਗੁਰੂ ਦੇ ਘਰੋਂ ਕੋਈ ਖਾਲੀ ਨਹੀਂ ਮੁੜ ਸਕਦਾ ਜੀ। ਮਹਾਰਾਜ ਕਹਿਣ ਲੱਗੇ, ਮਾਇਆ ਤੇ ਹਰਮੰਦਰ ਸਾਹਿਬ ਦੀ ਦਾਸੀ ਹੈਗੀ ਹੈ ਜੀ, ਦਾਸੀ ਹੈਗੀ ਹੈ, ਸੇਵਾ ਕਰਨ ਵਾਲੀ ਹੈਗੀ। ਕਹਿਣ ਲੱਗੇ ਇੱਥੋਂ ਦੀ। ਸੋ ਉਹਨਾਂ ਗੁਰਮੁਖਾਂ ਨੇ ਮਹਾਰਾਜ ਜੀ ਦਾ ਬਚਨ ਸੁਣ ਕੇ ਉਹਨੂੰ ਕਮਾਇਆ ਜੀ। ਰੋਜ਼ ਕੰਮਕਾਰ ਤੇ ਜਾਣ ਤੋਂ ਪਹਿਲਾਂ ਹਰਮੰਦਰ ਸਾਹਿਬ ਜਾਣਾ, ਕੰਮਕਾਰ ਤੋਂ ਵਾਪਸ ਵੀ ਆਉਂਦਿਆਂ ਹਰਮੰਦਰ ਸਾਹਿਬ ਜਾਣਾ। ਉਹਨਾਂ ਦੇ ਖੂਬ ਕੰਮਕਾਰ ਚੱਲੇ। ਅੱਜ ਵੀ ਸ਼ਹਿਰ ਵਿੱਚ ਉਹ ਲੋਕ ਵਸੇ ਹੋਏ ਨੇ ਜੀ। ਭਾਗਾਂ ਵਾਲੇ ਆ ਸੰਗਤ ਜੀ, ਤੁਸੀਂ ਜਿਹੜੇ ਬੈਠੇ ਹੋ। ਆਪਾਂ ਅੰਮ੍ਰਿਤਸਰ ਦੇ ਵਸਨੀਕ ਹਾਂ ਜੀ। ਮਹਾਰਾਜ ਨੇ ਸਾਨੂੰ ਆਪਣੀ ਨਗਰੀ ਦੇ ਵਿੱਚ ਥਾਂ ਦਿੱਤੀ ਹੈ। ਬੜੇ ਭਾਗਾਂ ਵਾਲੀ ਗੱਲ ਹੈ ਜੀ। ਪਿਆਰ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪਿਆਰ ਨਾਲ ਹੋਰ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਅੱਗੋਂ ਹੁਣ ਆਪਾਂ ਕਥਾ ਵਿਚਾਰ ਸਰਵਣ ਕਰੀਏ। ਸਭ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਪੱਟੀ ਕੇ ਦੋਏ ਚੌਧਰੀ। ਦੋ ਚੌਧਰੀ ਨੇ ਜੀ ਪੱਟੀ ਦੇ ਇਲਾਕੇ ਵਿੱਚ ਜੀ। ਹਾਂਜੀ, ਪੱਟੀ ਤੁਹਾਨੂੰ ਪਤਾ ਹੈ ਜੀ, ਤਰਨਤਾਰਨ ਤੋਂ ਅੱਗੇ। ਪੱਟੀ ਇਲਾਕੇ ਦੇ ਦੋ ਚੌਧਰੀ ਨੇ ਜੀ। ਹਾਂਜੀ, ਢਿੱਲੋਂ ਲਾਲ ਲੰਗਾਹ। ਇੱਕ ਦਾ ਨਾਮ ਹੈ ਢਿੱਲੋਂ ਲਾਲ ਜੀ, ਦੂਜੇ ਦਾ ਨਾਮ ਹੈ ਭਾਈ ਲੰਗਾ। ਹਾਂਜੀ, ਕਰੀ ਆਨ ਕਰ ਬੰਦਨਾ ਸ਼੍ਰੀ ਗੁਰ ਅਰਜਨ ਪਾਹੇ। ਤੇ ਇੱਕ ਲੰਗਾ ਜੀ ਤੇ ਸਾਧ ਸੰਗਤ ਜੀ ਉਧਰ ਹੋਏ ਆ 84 ਪਿੰਡਾਂ ਦੇ ਮੁਖੀ ਜੀ। ਹਾਂਜੀ, ਭਾਈ ਲੰਗਾ ਜੀ ਝਬਾਲ ਦੇ ਵਿੱਚ ਹੋਏ ਆ ਜੀ। ਇਹ ਪੱਟੀ ਦੇ ਸਨ ਜੀ। ਪੱਟੀ ਦੇ ਦੋ ਚੌਧਰੀ ਭਾਈ ਢਿੱਲੋਂ ਲਾਲ ਜੀ, ਭਾਈ ਲੰਗਾ ਜੀ, ਇਹ ਆਏ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ ਜੀ। ਹਾਂਜੀ, ਚੌਪਈ। ਸ਼੍ਰੀ ਅੰਮ੍ਰਿਤਸਰ ਮਹਿਮਾ ਸੁਣੀ। ਕਿਉਂ ਆਏ ਨੇ ਜੀ? ਉਹਦਾ ਵੀ ਕਾਰਨ ਹੈ। ਇਹਨਾਂ ਨੇ ਕਿਸੇ ਗੁਰੂ ਦੇ ਪਿਆਰੇ ਦੇ ਮੁਖੋਂ ਅੰਮ੍ਰਿਤ ਸਰੋਵਰ ਦੀ ਮਹਿਮਾ ਸੁਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਬੰਦਾ ਸੁਣਦਾ ਰਹੇ ਨਾ ਜੀ, ਉਹ ਟਿਕਾਣੇ ਤੇ ਪਹੁੰਚਦਾ ਹੈ ਜੀ। ਇਹਨਾਂ ਨੇ ਮਹਿਮਾ ਸੁਣੀ ਜੀ ਹਰਮੰਦਰ ਸਾਹਿਬ ਦੇ ਸਰੋਵਰ ਦੀ। ਹਾਂਜੀ, ਸ਼੍ਰੀ ਮੁਖ ਤੇ ਸਭ ਮਹਿ ਇਮ ਭਨੀ। ਸੁਣਿਆ ਇਹਨਾਂ ਨੇ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ
ਅੰਮ੍ਰਿਤ ਸਰੋਵਰ ਦੀ ਮਹਿਮਾ ਕੀਤੀ ਹੈ। ਹਾਂਜੀ, ਕਾਰ ਨਿਕਾਰ ਹੈ ਹੋਏ ਉਬਾਰ। ਕੀ ਮਹਾਰਾਜ ਨੇ ਕਿਹਾ ਹੈ ਕਿ ਜਿਹੜਾ ਇੱਥੇ ਆ ਕੇ ਸੇਵਾ ਕਰੇਗਾ, ਟੋਕਰੀ ਢੋਏਗਾ, ਉਹਦਾ ਕਲਿਆਣ ਹੋ ਜਾਏਗਾ। ਜਿਹੜਾ ਆ ਕੇ ਸੇਵਾ ਕਰੇਗਾ, ਟੋਕਰੀ ਢੋਏਗਾ। ਹਾਂਜੀ, ਧਨ ਲਾਏ ਹੋਏ ਬੰਸ ਉਦਾਰ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਜਿਹੜਾ ਇੱਥੇ ਆ ਕੇ ਮਾਇਆ ਲਾਏਗਾ ਨਾ ਜੀ, ਦਾਨ ਕਰੇਗਾ, ਮਾਇਆ ਲਾਏਗਾ, ਸੇਵਾ ਕਰੇਗਾ ਮਾਇਆ ਦੀ, ਉਹਦੀ ਤੇ ਕੁੱਲ ਦਾ ਹੀ ਉਧਾਰ ਹੋ ਜਾਏਗਾ ਜੀ। ਹੁਣ ਕਿਹਦੇ ਬਚਨ ਨੇ? ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਗੱਜ ਕੇ ਆਖਿਆ ਕਰੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਗੁਰੂ ਸਾਹਿਬ ਜੀ ਦੇ ਬਚਨ ਨੇ, ਕਿਸੇ ਆਮ ਮਾੜੇ ਮੋਟੇ ਬੰਦੇ ਦੇ ਬਚਨ ਨਹੀਂ ਹੈਗੇ ਜੀ। ਜਿਹੜਾ ਇੱਥੇ ਆ ਕੇ ਮਾਇਆ ਖਰਚੇਗਾ, ਮਾਇਆ ਲਾਏਗਾ ਨਾ, ਉਹਦੀ ਤੇ ਕੁੱਲ ਦਾ ਹੀ ਉਧਾਰ ਹੋ ਜਾਏਗਾ। ਹਾਂਜੀ, ਕਰਹਿ ਸੁਪਾਨ ਚ ਨਾਮਨ ਜੋਏ। ਜਿਹੜਾ ਆ ਕੇ ਪੌੜੀਆਂ ਚਣਵਾਏਗਾ, ਇਸ ਕੰਮ ਵਿੱਚ ਮਾਇਆ ਲਾਏਗਾ। ਹਾਂਜੀ, ਅਵਚਲ ਨੀਵ ਤਾਹੇ ਕੀ ਹੋਏ। ਉਹਦੇ ਖਾਨਦਾਨ ਦੀ ਨੀਂਹ ਪੱਕੀ ਹੋ ਜਾਏਗੀ ਜੀ। ਉਹਦੇ ਖਾਨਦਾਨ ਨੂੰ ਕੋਈ ਹਿਲਾ ਨਹੀਂ ਸਕੇਗਾ। ਉਹਦੇ ਖਾਨਦਾਨ ਦਾ ਭਲਾ ਹੋਏਗਾ ਜਿਹੜਾ ਇੱਥੇ ਆ ਕੇ ਪੌੜੀਆਂ ਬਣਵਾਏਗਾ। ਹਾਂਜੀ, ਮਾਨ ਸਰੋਵਰ ਜਥਾ ਬਿਰਾਜਾ। ਹਾਂਜੀ, ਹਰਮੰਦਰ ਵਿੱਚ ਬਨਹਿ ਜਹਾਜਾ। ਜਿਵੇਂ ਮਾਨ ਸਰੋਵਰ ਹੈ, ਮਾਨ ਸਰੋਵਰ ਦੀ, ਹਾਂਜੀ, ਇਸੇ ਤਰ੍ਹਾਂ ਹਰਮੰਦਰ ਸਾਹਿਬ ਦਾ ਸਰੋਵਰ ਮਾਨ ਸਰੋਵਰ ਤੋਂ ਕਿਤੇ ਵੱਧ ਹੈ ਜੀ। ਮਾਨ ਸਰੋਵਰ ਦੱਸਦੇ ਜਿੱਥੇ ਦੇਵਤੇ ਆ ਕੇ ਇਸ਼ਨਾਨ ਕਰਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੀ ਵੱਡੀ ਝੀਲ ਹੈ ਜੀ ਉਹਦੀ। ਹਾਂਜੀ, ਐ ਸਫੇਦ ਜਲ ਹੈ ਜੀ ਉਹਦਾ ਜੀ। ਕਹਿੰਦੇ ਮਾਨ ਸਰੋਵਰ ਤੇ ਭਾਗਾਂ ਵਾਲੇ ਬੰਦੇ ਪਹੁੰਚਦੇ ਜੀ। ਹਾਂਜੀ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਸਰੋਵਰ ਮਾਨ ਸਰੋਵਰ ਤੋਂ ਵੀ ਵੱਡਾ ਹੈਗਾ। ਕਹਿਣ ਲੱਗੇ ਮਾਨ ਸਰੋਵਰ ਤੋਂ ਵੀ ਵੱਡਾ ਹੈ ਜੀ। ਹਾਂਜੀ, ਤੇ ਇਹਦੇ ਵਿੱਚ ਹਰਮੰਦਰ ਸਾਹਿਬ ਜਿਹੜਾ ਬਣੇਗਾ ਉਹ ਜਹਾਜ਼ ਹੋਏਗਾ, ਜਹਾਜ਼। ਹਾਂਜੀ, ਸ਼ਰਧਾ ਸਹਿਤ ਕਰਹਿ ਇਸਨਾਨ। ਭਵ ਸਾਗਰ ਤੋਂ ਤਾਰਨ ਵਾਲਾ ਜਹਾਜ਼ ਹੋਏਗਾ ਉਹ। ਤੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਇਹਨਾਂ ਦੋਵਾਂ ਨੇ ਸੁਣੇ ਜੀ। ਕੀ ਨਾਮ ਭਲਾ ਇਹਨਾਂ ਦਾ? ਢਿੱਲੋਂ ਲਾਲ ਤੇ ਲੰਗਾ ਜੀ। ਇਹਨਾਂ ਦੋਵਾਂ ਨੇ ਬਚਨ ਸੁਣੇ ਕਿ ਜਿਹੜਾ ਸ਼ਰਧਾ ਦੇ ਨਾਲ ਇੱਥੇ ਆ ਕੇ ਇਸ਼ਨਾਨ ਕਰੇਗਾ, ਪਾਪ ਮਿਟਹਿ ਪ੍ਰਾਪਤ ਕਲਿਆਣ। ਉਹਦੇ ਪਾਪ ਵੀ ਮਿਟਣਗੇ। ਪਾਪ ਨਹੀਂ ਚਖੇੜਾ ਛੱਡਦੇ ਸੰਗਤ ਜੀ। ਪਾਪਾਂ ਤੋਂ ਛੁੱਟਣਾ ਕਿਤੇ ਮਾੜੀ ਮੋਟੀ ਗੱਲ ਨਹੀਂ ਹੈਗੀ ਜੀ। ਤੇ ਧੰਨ ਗੁਰੂ ਸਾਹਿਬ ਜੀ ਦਾ ਸਰੋਵਰ, ਮਹਾਰਾਜ ਦੇ ਬਚਨ ਇਹਨਾਂ ਨੇ ਸੁਣਿਆ ਆਪਣੇ ਕੰਨਾਂ ਨਾਲ। ਜਿਹੜਾ ਸਰੋਵਰ 'ਚ ਇਸ਼ਨਾਨ ਕਰੇਗਾ ਪਾਪ ਦੂਰ ਹੋਣਗੇ, ਬੰਦੇ ਦਾ ਭਲਾ ਹੋਏਗਾ ਜੀ। ਹਾਂਜੀ, ਹਰਮੰਦਰ ਮਹਿ ਸ਼ਬਦ ਜੋ ਸੁਨ ਹੈ। ਤੇ ਜਿਹੜਾ ਪੁਰਸ਼ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਧਿਆਨ ਲਾ ਕੇ ਸ਼ਬਦ ਸੁਣੇਗਾ ਨਾ ਜੀ, ਹਾਂਜੀ, ਜਨਮ ਜਨਮ ਕੇ ਪਾਪਨ ਹਨ ਹੈ। ਉਹਦੇ ਜਨਮਾਂ ਜਨਮਾਂ ਦੇ ਪਾਪ ਦੂਰ ਹੋਣਗੇ ਜੀ। ਇਹ ਅਤ ਕਥਨੀ ਨਹੀਂ ਹੈਗੀ ਜੀ। ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ 1 ਘੰਟਾ ਕੀਰਤਨ ਸੁਣਨ ਦਾ ਲਾਭ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਦੇ ਪ੍ਰੇਮੀਆਂ ਦੱਸਿਆ। ਕਹਿੰਦੇ ਉਹਨਾਂ ਦੱਸਿਆ ਸਮਝਾਉਣ ਮਾਤਰ 1 ਮਣ ਕਣਕ ਲਓ ਜੀ। ਹਾਂਜੀ, 40 ਕਿਲੋ। ਉਸ ਕਣਕ ਦੇ ਕਿੰਨੇ ਦਾਣੇ ਹੋਣਗੇ ਜੀ? ਗਿਣੇ ਜਾ ਸਕਦੇ ਜੀ? ਹਾਂਜੀ, ਇੰਨੇ ਜਨਮਾਂ ਦੇ ਪਾਪ ਦੂਰ ਹੋਣਗੇ 1 ਘੰਟਾ ਬੈਠ ਕੇ ਕੀਰਤਨ ਸੁਣਨ ਦੇ ਨਾਲ ਜੀ। ਬੇਹਿਸਾਬਾਈ ਕੰਮ ਜੀ। ਜਗ੍ਹਾ ਦਾ ਅਸਰ ਹੁੰਦਾ ਹੈ ਨਾ ਜੀ, ਜਗ੍ਹਾ ਦਾ ਅਸਰ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਇੱਥੇ ਆ ਕੇ ਕੀਰਤਨ ਸੁਣੇਗਾ ਉਹਦੇ ਜਨਮਾਂ ਜਨਮਾਂ ਦੇ ਪਾਪ ਦੂਰ ਹੋਣਗੇ ਜੀ। ਹਾਂਜੀ, ਉਪਜੈ ਭਗਤ ਗਿਆਨ ਕੋ ਪਾਵੈ। ਉਹਨਾਂ ਦੇ ਅੰਦਰ ਭਗਤੀ ਪੈਦਾ ਹੋਏਗੀ, ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਵੇਗੀ।
ਆਵਨ ਜਾਨੋ ਜਗਤ ਮਿਟਾਵੈ। ਤੇ ਉਹਨਾਂ ਦਾ ਆਉਣਾ ਜਾਣਾ ਮਿਟ ਹੀ ਜਾਏਗਾ। ਕਿੰਨਾ ਵੱਡਾ ਜੀ ਹਰਿਮੰਦਰ ਸਾਹਿਬ ਦਾ ਸਰੋਵਰ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿੰਨੇ ਵੱਡੇ ਜੀ। ਇਹ ਮਹਿਮਾ ਸੁਣ ਕੇ ਭਾਈ ਢਿੱਲੋਂ ਲਾਲ ਜੀ ਤੇ ਭਾਈ ਲੰਗਾਹ ਜੀ ਗੁਰੂ ਸਾਹਿਬ ਦੀ ਹਜ਼ੂਰੀ ਚ ਆਏ ਜੀ। ਜਦੋਂ ਆ ਕੇ ਉਹਨਾਂ ਮੱਥਾ ਟੇਕਿਆ, ਗੁਰੂ ਅਰਜਨ ਸਾਹਿਬ ਇਹੋ ਸਾਰੇ ਬਚਨ ਕਰਨ ਦੇ ਸਨ ਅੱਗੋਂ ਜੀ। ਕੱਜ ਕੇ ਆਖੋ ਵਾਹਿਗੁਰੂ। ਵੀ ਇਹ ਇੰਨਾ ਵੱਡਾ ਸਥਾਨ ਹੋਏਗਾ ਜਿਹੜਾ ਬਹਿ ਕੇ ਇੱਥੇ ਕੀਰਤਨ ਸੁਣਿਆ ਕਰੇਗਾ, ਉਹਦੇ ਜਨਮਾਂ ਜਨਮਾਂ ਦੇ ਪਾਪ ਦੂਰ ਹੋਣਗੇ, ਕਸ਼ਟ ਕੱਟੇ ਜਾਣਗੇ। ਹਾਂਜੀ, ਉਹਨਾਂ ਸੋਚਿਆ ਢਿੱਲੋਂ ਲਾਲ ਜੀ ਨੇ ਤੇ ਲੰਗਾਹ ਜੀ ਨੇ, ਜੋ ਕਿਸੇ ਦੇ ਕੋਲੋਂ ਬਾਹਰੋਂ ਸਿਫਤ ਸੁਣੀ ਉਹ ਗੱਲਾਂ ਗੁਰੂ ਅਰਜਨ ਸਾਹਿਬ ਆਪਣੇ ਮੁੱਖੋਂ ਕਰਨ ਦਏ ਨੇ। ਹਾਂਜੀ, ਸੁਨ ਕਰ ਲਗੇ ਕਾਰ ਕੋ ਕਰਨੇ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਸੁਣਦੇ ਬਹੁਤ ਲੋਕ ਨੇ, ਪਰ ਜਿਨ੍ਹਾਂ ਦੇ ਭਾਗ ਜਾਗਦੇ ਆ ਨਾ ਜੀ, ਉਹ ਇਹਨਾਂ ਗੱਲਾਂ ਤੇ ਚੱਲਣ ਲੱਗ ਪੈਂਦੇ ਜੀ। ਉਹਨਾਂ ਨੇ ਸੁਣਿਆ ਤੇ ਸੁਣ ਕੇ ਮਨ ਬਣਾ ਲਿਆ ਵੀ ਆਪਾਂ ਵੀ ਸਰੋਵਰ ਦੀ ਸੇਵਾ ਕਰਨੀ ਹੈ ਜੀ। ਉਹ ਵੀ ਸੇਵਾ ਕਰਨ ਲੱਗ ਪਏ ਜੀ। ਹਾਂਜੀ, ਖਨਹਿ ਪੋਟ ਸਿਰ ਪਰ ਕਰ ਧਰਨੇ। ਮਿੱਟੀ ਪੁੱਟ ਪੁੱਟ ਕੇ ਸਿਰ ਤੇ ਰੱਖਦੇ ਹੁੰਦੇ ਸਨ। ਇਹ ਪਹਿਲੇ ਸਮੇਂ ਦੀ ਬਾਤ ਹੈ, ਥੋੜਾ ਜਿਹਾ ਜਦੋਂ ਸਰੋਵਰ ਬਣ ਰਿਹਾ ਸੀਗਾ ਜੀ। ਹਾਂਜੀ, ਧਨ ਕੋ ਦੀਨ ਮਜੂਰ ਲਗਾਏ। ਵੇਖੋ, ਦੋ ਬਚਨ ਮਹਾਰਾਜ ਨੇ ਕੀਤੇ ਸਨ ਜੀ। ਜਿਹੜਾ ਤੇ ਆਪ ਸੇਵਾ ਕਰੇਗਾ ਉਹਦਾ ਕਲਿਆਣ ਹੋਏਗਾ, ਜਿਹੜਾ ਆ ਕੇ ਮਾਇਆ ਖਰਚੇਗਾ ਨਾਲ ਉਹਦੀ ਕੁੱਲ ਦਾ ਕਲਿਆਣ ਹੋਏਗਾ ਜੀ। ਇੰਨਾ ਪਤਾ ਕੀ ਕੀਤਾ ਦੋਵਾਂ ਨੇ? ਚੌਧਰੀ ਸਨ ਜੀ, ਮਾਇਆ ਖੁੱਲੀ ਸੀਗੀ ਜੀ। ਚੇਤਾ ਰੱਖਿਓ, ਮਾਇਆ ਹੁੰਦੀ ਤੇ ਬਹੁਤ ਲੋਕਾਂ ਕੋਲ ਹੈ, ਪਰ ਖਰਚਣ ਦਾ ਨਹੀਂ ਜੀ ਕਰਦਾ ਜੀ। ਖਰਚਣ ਦਾ ਵੀ ਵਿਰਲਿਆਂ ਦਾ ਹੀ ਜੀ ਕਰਦਾ ਜੀ। ਇਹਨਾਂ ਨੇ ਫਿਰ ਕੀ ਕੀਤਾ? ਮਾਇਆ ਦੇ ਨਾਲ ਮਜ਼ਦੂਰ ਲਾ ਦਿੱਤੇ ਵੀ ਅਸੀਂ ਤੇ ਸੇਵਾ ਕਰਨੀ, ਪੈਸੇ ਦੇ ਕੇ ਵੀ ਸੇਵਾ ਕਰਵਾਉਣ ਲੱਗ ਪਏ ਜੀ। ਹਾਂਜੀ, ਦਿਨ ਪ੍ਰਤ ਸ਼ਰਧਾ ਔਰ ਅਧਿਕਾਏ। ਤੇ ਦਿਨੋਂ ਦਿਨ ਇਹਨਾਂ ਦੀ ਸ਼ਰਧਾ ਵੱਧਦੀ ਜਾਂਦੀ ਜੀ, ਵੱਧਦੀ ਜਾਂਦੀ ਜੀ। ਹਾਂਜੀ, ਸੁਨ ਸੁਨ ਮਹਿਮਾ ਦੇਸ ਬਦੇਸ। ਸੰਗਤ ਸਹਿਤ ਮਸੰਦ ਵਿਸ਼ੇਸ਼। ਗੱਜ ਕੇ ਆਖੋ ਵਾਹਿਗੁਰੂ। ਭਾਈ ਢਿੱਲੋਂ ਲਾਲ ਜੀ ਤੇ ਭਾਈ ਲੰਗਾਹ ਜੀ ਸਰੋਵਰ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਦੇ ਹੀ ਹੋ ਗਏ ਜੀ। ਉਹਨਾਂ ਦੇ ਜਨਮਾਂ ਜਨਮਾਂ ਦੇ ਵੀ ਪਾਪ ਦੂਰ ਹੋਏ ਤੇ ਸੰਗਤ ਜੀ ਉਹਨਾਂ ਦਾ ਕਲਿਆਣ ਵੀ ਹੋਇਆ ਜੀ। ਉਹਨਾਂ ਦੇ ਪਰਿਵਾਰਾਂ ਦਾ ਕਲਿਆਣ ਹੋ ਗਿਆ ਜੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਮਹਿਮਾ ਵਧੀ ਜੀ। ਫਿਰ ਹਾਂਜੀ, ਮਹਿਮਾ ਸਿੱਖਨ ਗੁਰੂ ਸੁਨਾਵੈ। ਤੇ ਸਿੱਖ ਪਤਾ ਕੀ ਕਰਦੇ ਆ? ਗੱਜ ਕੇ ਆਖੋ ਵਾਹਿਗੁਰੂ। ਜਿੱਧਰ ਜਾਂਦੇ ਆ ਅੱਗੇ ਸਿੱਖਾਂ ਨੂੰ ਦੱਸਦੇ ਆ। ਅੱਗੋਂ ਸਿੱਖ ਸੁਣ ਸੁਣ ਗੁਰੂ ਸਾਹਿਬ ਕੋ ਆਉਂਦੇ ਆ ਤੇ ਗੁਰੂ ਸਾਹਿਬ ਕੀ ਕਰਦੇ ਆ? ਮਹਿਮਾ ਸਿੱਖਨ ਗੁਰੂ ਸੁਨਾਵੈ। ਮਹਾਰਾਜ ਅੰਮ੍ਰਿਤ ਸਰੋਵਰ ਦੀ ਮਹਿਮਾ ਸੁਣਾਉਂਦੇ ਆ ਸਿੱਖਾਂ ਨੂੰ, ਆਪਣੇ ਮੁਖ ਨਾਲ ਸੁਣਾਉਂਦੇ ਆ। ਸੇਵਾ ਦਾ ਮਹੱਤਵ ਆਪਣੇ ਮੁਖ ਨਾਲ ਦੱਸਦੇ ਆ। ਹਾਂਜੀ, ਸੁਨ ਸੁਨ ਦਾਸਨ ਕੇ ਮਨ ਭਾਵੈ। ਜਦੋਂ ਦਾਸ ਸਿੱਖ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਸੁਣਦੇ ਨਾ ਜੀ ਮਹਿਮਾ ਸੇਵਾ ਦੀ, ਸਰੋਵਰ ਦੀ, ਸੱਚਖੰਡ ਦੀ, ਕੀਰਤਨ ਦੀ, ਉਹਨਾਂ ਦਾ ਮਨ ਹੋਰ ਚੜ੍ਹਦੀ ਕਲਾ ਚ ਹੋ ਜਾਂਦਾ ਜੀ। ਮਨ ਨੂੰ ਚੰਗੀ ਲੱਗਦੀ ਮਹਿਮਾ ਜੀ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਹਾਂਜੀ, ਸ਼ਬਦਨ ਬਿਖੈ ਮਹਾਤਮ ਕਹੈ। ਬਾਣੀ ਉਚਾਰ ਉਚਾਰ ਕੇ ਮਹਾਰਾਜ ਸ਼ਬਦਾਂ ਦੇ ਵਿੱਚ ਮਹਾਤਮ ਦੱਸਦੇ ਜੀ ਸੇਵਾ ਦਾ, ਅਸਥਾਨ ਦਾ। ਹਾਂਜੀ, ਕਰਹਿ ਕਾਰ ਸਿੱਖ ਸੁਧਤਾ ਲਹੈ। ਉਹ ਫਿਰ ਸੁਣ ਸੁਣ ਕੇ ਸਿੱਖ ਸੇਵਾ ਕਰਦੇ ਤੇ ਮਨ ਸ਼ੁੱਧ ਹੁੰਦਾ ਹੈ ਜੀ ਉਹਨਾਂ ਦੇ ਜੀ। ਕਵੀ ਸੰਤੋਖ ਸਿੰਘ ਜੀ ਨੇ ਨਾ ਜੀ 3 ਪੰਕਤੀਆਂ ਦਿੱਤੀਆਂ ਜੀ ਇਸ ਸੰਬੰਧ ਵਿੱਚ ਜੀ। ਮਹਾਰਾਜ ਕੈਸੀ ਬਾਣੀ ਉਚਾਰਦੇ ਆ। ਹਾਂਜੀ, ਮਾਝ ਮਹੱਲਾ ਪੰਜਵਾ। ਉਦਮ ਕਰਤ ਮਨ ਨਿਰਮਲ ਹੋਆ।
ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਗੱਜ ਕੇ ਆਖੋ ਵਾਹਿਗੁਰੂ ਐ ਪ੍ਰੇਮ ਨਾਲ ਗੱਜ ਕੇ। ਵਾਹਿਗੁਰੂ ਸੱਚੇ ਪਾਤਸ਼ਾਹ ਮਹਿਮਾ ਕਰਦੇ ਆ ਸੇਵਾ ਦੀ ਜੀ। ਕਹਿੰਦੇ ਉਦਮ ਕਰਤ ਮਨ ਨਿਰਮਲ ਹੋਆ। ਮਨ ਮੈਲਾ ਜੀ ਬੰਦੇ ਦਾ ਜੀ। ਹਾਂਜੀ, ਮਨ ਨੂੰ ਬੜੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸੇਵਾ ਕੀਤਿਆਂ ਮਨ ਦੀ ਮੈਲ ਜਿਹੜੀ ਉਹ ਦੂਰ ਹੁੰਦੀ ਹੈ ਜੀ। ਕੋਈ ਵਿਕਾਰ ਤੁਹਾਨੂੰ ਤੰਗ ਕਰਨ ਦਿਆ ਜੀ, ਜ਼ਬਰਦਸਤੀ ਤੁਹਾਨੂੰ ਮਾੜੇ ਪਾਸੇ ਲੈ ਕੇ ਜਾ ਰਿਹਾ ਜੀ, ਚੁੱਪ ਕਰਕੇ ਝਾੜੂ ਫੜ ਲਓ ਜੀ ਤੇ ਫੇਰਨਾ ਸ਼ੁਰੂ ਹੋ ਜਾਓ ਤੇ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਹੋ ਜਾਓ। ਉਸ ਮੰਦੇ ਵਿਕਾਰ ਦਾ ਫੁਰਨਾ ਬੰਦੇ ਦੇ ਅੰਦਰੋਂ ਹੌਲੀ ਹੌਲੀ ਨਿਕਲਣਾ ਸ਼ੁਰੂ ਹੋ ਜਾਏਗਾ ਜੀ। ਪਰ ਇਹਦੇ ਵਾਸਤੇ ਇੱਕ ਕੰਮ ਕਰਨਾ ਪੈਣਾ, ਉਹ ਹੈ ਉਦਮ ਜੀ। ਗੱਜ ਕੇ ਆਖੋ ਵਾਹਿਗੁਰੂ। ਉਦਮ ਅੱਗੇ ਲక్ష్ਮੀ, ਹਾਂਜੀ, ਕਾਲੀ ਅੱਗੇ ਟੋਏ। ਉਦਮ ਕਰਨਾ ਪੈਂਦਾ ਜੀ। ਉਦੋਂ ਸਾਹ ਕਿਆ ਨਿਸ਼ਾਨੀ ਤੋਟ ਨਾ ਆਵੇ ਨਹੀਂ। ਗੁਰਬਾਣੀ 'ਚ ਬਹੁਤ ਥਾਵਾਂ ਤੇ ਉਦਮ ਕਰਨ ਦਾ ਮਹਾਰਾਜ ਨੇ ਹੁਕਮ ਕੀਤਾ ਸਾਨੂੰ ਸਾਰਿਆਂ ਨੂੰ ਜੀ। ਉਦਮ ਉਦਮ ਕਰਤ ਮਨ ਨਿਰਮਲ ਹੋਆ। ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਦਾ ਉਦਮ ਕੀਤਾ ਨਾ, ਇੱਥੇ ਆ ਕੇ ਉਹਨਾਂ ਦਾ ਮਨ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ। ਹੁਣ ਬੰਦਾ ਆਖੇ ਮੈਂ ਜਾਵਾਂ ਵੀ ਨਾ ਤੇ ਮੇਰਾ ਭਲਾ ਵੀ ਹੋ ਜੇ, ਇਸ ਤਰ੍ਹਾਂ ਥੋੜੀ ਗੱਲ ਬਣਦੀ ਜੀ। ਕਿੱਤਿਆਂ 'ਚ ਇੱਕ ਬੰਦਾ ਰਹਿੰਦਾ ਜੀ, ਹਾਂਜੀ, 50-60 ਸਾਲ ਹੋ ਗਏ ਹਰਿਮੰਦਰ ਸਾਹਿਬ ਨਹੀਂ ਗਿਆ ਸੀਗਾ ਜੀ। ਇੱਕ ਗੁਰਮੁਖ ਨੂੰ ਕਹਿਣ ਲੱਗਾ ਵੀ 50-60 ਸਾਲ ਹੋ ਗਏ ਆ ਹਰਿਮੰਦਰ ਸਾਹਿਬ ਗਿਆ ਨੂੰ ਮੈਨੂੰ, ਤੇ ਕਿਹੋ ਜਿਹਾ ਬਣ ਗਿਆ? ਉਹ ਕਹਿੰਦਾ ਵੀ ਫੀਤਾ ਲਾ ਕੇ ਮਾਪ ਲਾ, ਜਿੱਥੇ ਪਹਿਲਾਂ ਸੀ ਉੱਥੇ ਹੀ ਹੈਗਾ ਕਹਿਣ ਲੱਗੇ, ਤੂੰ ਹੀ ਨਹੀਂ ਗਿਆ ਕਹਿਣ ਲੱਗੇ। ਹਰਿਮੰਦਰ ਸਾਹਿਬ ਉਹੋ ਜਿਹਾ ਹੀ ਹੈ, ਉੱਥੇ ਬਰਕਤਾਂ ਵੱਧਦੀਆਂ ਨੇ। ਉਦਮ ਕਰਨਾ ਪਏਗਾ ਜੀ। ਵਾਹਿਗੁਰੂ ਵੀ ਬੋਲਣਾ, ਉਦਮ ਕਰਨਾ ਪੈਣਾ। ਇੱਕ ਵਾਰੀ ਕਹੋ ਹਾਂ ਪ੍ਰੇਮ ਨਾਲ ਵਾਹਿਗੁਰੂ। ਮਹਾਰਾਜ ਕਹਿੰਦੇ ਉਦਮ ਕਰਤ ਮਨ ਨਿਰਮਲ ਹੋਆ। ਇਸ ਕਾਰਜ ਦਾ ਉਦਮ ਕੀਤਿਆਂ ਮਨ ਵਿੱਚੋਂ ਮੈਲ ਨਿਕਲਦੀ ਹੈ। ਹਾਂਜੀ ਹਾਂਜੀ। ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਬੰਦੇ ਨੂੰ ਬੜੇ ਭਰਮ ਬਣੇ ਹੋਏ ਸਾਧ ਸੰਗਤ ਜੀ, ਇੱਕ ਭਰਮ ਨਹੀਂ ਬਣਿਆ ਹੋਇਆ ਜੀ। ਕਦੇ ਕੋਈ ਭਰਮ ਅੱਗੇ ਆ ਜਾਂਦਾ, ਕਦੇ ਕੋਈ ਭਰਮ ਆ ਜਾਂਦਾ। ਭਰਮ ਕੀ ਭੁਲੇਖੇ ਜੀ? ਇਹ ਵੀ ਭੁਲੇਖਾ ਹੈ ਮੇਰਾ ਘਰ ਹੈ, ਬੜਾ ਵੱਡਾ ਭੁਲੇਖਾ ਹੈ ਜੀ। ਮੇਰਾ ਇਹ ਸਭ ਕੁਝ ਹੈ, ਬੜਾ ਵੱਡਾ ਭੁਲੇਖਾ ਹੈ ਜੀ। ਹੈ ਤੇ ਕੁਝ ਵੀ ਨਹੀਂ ਹੈ। ਤੇ ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਿੱਖੋ ਰੱਬ ਦੇ ਰਸਤੇ ਤੇ ਤੁਰਦਿਆਂ ਤੁਰਦਿਆਂ ਸਾਰੇ ਭਰਮ ਹੀ ਦੂਰ ਹੋ ਜਾਂਦੇ ਬੰਦੇ ਦੇ ਜੀ, ਸਾਰੇ ਹੀ ਜੀ। ਹਾਂਜੀ। ਨਾਮ ਨਿਧਾਨ ਸਤਿਗੁਰੂ ਸੁਣਾਇਆ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਨਾਮ ਦਾ ਖਜ਼ਾਨਾ ਹੈ ਜੀ, ਤੇ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਕਰਾਉਣ ਵਾਲਾ ਜਿਹੜਾ ਸ਼ਬਦ ਹੈ ਵਾਹਿਗੁਰੂ, ਕਹਿੰਦੇ ਉਹ ਸਾਨੂੰ ਗੁਰੂ ਸਾਹਿਬ ਨੇ ਸੁਣਾਇਆ। ਹਾਂਜੀ। ਮਿਟ ਗਏ ਸਗਲੇ ਰੋਗਾ ਜੀਓ। ਤੇ ਸਾਡੇ ਸਾਰੇ ਰੋਗ ਹੀ ਮਿਟ ਗਏ ਜੀ। ਹੁਣ ਦੋ ਗੱਲਾਂ ਨੇ ਜੀ, ਵਾਹਿਗੁਰੂ ਤਿੰਨ। ਉਦਮ ਕਰਕੇ ਬੰਦਾ ਦਰਬਾਰ ਸਾਹਿਬ ਪਹੁੰਚੇ ਜੀ, ਕੀਰਤਨ ਸੁਣੇ, ਰੱਬ ਦੇ ਰਸਤੇ ਤੇ ਤੁਰੇ। ਇੱਥੇ ਤੁਰਦਿਆਂ ਤੁਰਦਿਆਂ ਗੁਰੂ ਸਾਹਿਬ ਕਿਰਪਾ ਕਰਨਗੇ, ਨਾਮ ਸੁਣਾਉਣਗੇ ਬੰਦੇ ਨੂੰ, ਤੇ ਜਦੋਂ ਨਾਮ ਕੰਨਾਂ ਵਿੱਚ ਪੈ ਗਿਆ, ਨਾਮ ਦੇ ਪ੍ਰਤਾਪ ਨਾਲ ਸਾਰੇ ਰੋਗ ਮਿਟ ਜਾਣੇ ਨੇ ਜੀ। ਐਸੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਸੁਣਾਉਂਦੇ ਸਿੱਖਾਂ ਨੂੰ ਜੀ। ਚੌਪਈ ਇਤਿਆਦਿਕ ਬਹੁ ਗੁਰੂ ਬਣਾਵੈ। ਇਸ ਤਰੀਕੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਉਚਾਰ ਉਚਾਰ ਕੇ ਸਿੱਖਾਂ ਨੂੰ ਸੁਣਾਉਂਦੇ ਐ। ਸਿੱਖ ਉਦਮ ਕਰਦੇ ਸੇਵਾ ਦਾ ਜੀ। ਹਾਂਜੀ।
ਸੁਨ ਪਾਠ ਕਾਰ ਕਰਨ ਉਰ ਭਾਵੈ। ਸੁਣ ਕੇ ਪੜ੍ਹ ਕੇ ਸੇਵਾ ਕਰਨ ਨੂੰ ਜੀ ਕਰਦਾ ਜੀ ਉਹਨਾਂ ਦਾ ਜੀ। ਅੱਛਾ, ਮਨ ਨਿਰਮਲ ਹੋਏਗਾ ਤੇ ਫਿਰ ਸੇਵਾ ਵਿੱਚ ਲੱਗਦੇ ਸਿੱਖ ਜੀ। ਹਾਂਜੀ, ਦੋਨੋਂ ਰਹਿ ਪਾਸ ਗੁਰਦੇਵ। ਉਧਰ ਸੁਣ, ਉਹ ਦੋਵੇਂ ਹੀ ਭਾਈ ਢਿੱਲੋਂ ਲਾਲ ਜੀ ਤੇ ਭਾਈ ਲੰਗਾਹ ਜੀ ਉਹ ਗੁਰੂ ਸਾਹਿਬ ਜੀ ਦੇ ਕੋਲ ਹੀ ਰਹਿ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਮੁਕਤ ਰੂਪ ਹੋਏ ਕਰ ਸੇਵ। ਤੇ ਸੇਵਾ ਕਰ ਕਰਕੇ ਹਰਮੰਦਰ ਸਾਹਿਬ ਦੀ ਮੁਕਤੀ ਨੂੰ ਪ੍ਰਾਪਤ ਕੀਤਾ ਜੀ ਉਹਨਾਂ ਨੇ। ਜਿੰਦਿਆਂ ਜੀ ਮੁਕਤ ਹੋਏ ਜੀ ਉਹ ਜੀ, ਮੁਕਤ ਰੂਪ ਹੋ ਗਏ ਜੀ ਉਹ ਜੀ। ਹਾਂਜੀ, ਅਜਬ ਅਜਾਇਬ ਉਮਰਾ ਸਾਹੂ। ਇਹ ਤਿੰਨ ਸਿੱਖਾਂ ਦੇ ਨਾਮ ਆਏ ਜੀ। ਹਾਂਜੀ, ਫਿਰ ਪੜੋ। ਅਜਬ ਅਜਾਇਬ ਉਮਰਾ ਸਾਹੂ। ਹਾਂ, ਭਾਈ ਅਜਬ ਜੀ, ਭਾਈ ਅਜਾਇਬ ਜੀ ਤੇ ਭਾਈ ਉਮਰਾ ਸ਼ਾਹ। ਹਾਂਜੀ, ਸੰਗੇ ਇਹੋ ਮਸੰਦ ਗੁਰ ਪਾਹੂ। ਤੇ ਸੰਗੇ ਇਹੋ ਮਸੰਦ ਗੁਰ ਪਾਹੂ। ਇੱਕ ਭਾਈ ਸੰਗਾ ਜੀ। ਹਾਂਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਮਸੰਦ ਨੇ ਜੀ। ਕਿਹੜੇ ਕਿਹੜੇ? ਅਜਬ ਅਜਾਇਬ ਉਮਰਾ ਸ਼ਾਹ ਤੇ ਭਾਈ ਸੰਗਾ। ਹਾਂਜੀ, ਕਾਰ ਸੁਦਾਸਰ ਕੀ ਭੀ ਕਰੈ। ਹੁਣ ਮਸੰਦ ਸੇਵਾ ਕਰਕੇ ਰਾਜੀ ਨਹੀਂ ਹੁੰਦੇ ਜੀ। ਹਾਂਜੀ, ਪਰ ਇਹ ਗੁਰੂ ਦੀ ਮਿਹਰ ਵਾਲੇ ਮਸੰਦ ਸਨ। ਇਹ ਸੁਦਾਸਰ ਦੀ ਅੰਮ੍ਰਿਤ ਸਰੋਵਰ ਦੀ ਆਪ ਸੇਵਾ ਕਰਦੇ ਨੇ ਜੀ। ਹਾਂਜੀ, ਸੰਗਤ ਤੇ ਗੁਰ ਕਾਰ ਸੰਭਰੈ। ਤੇ ਸੰਗਤ ਕੋਲੋਂ ਮਾਇਆ ਇਕੱਠੀ ਕਰਦੇ ਆ ਜੀ। ਮਾਇਆ ਵੀ ਲੈਂਦੇ ਆ ਜੀ, ਇਕੱਠੀ ਕਰਦੇ ਆ। ਹਾਂਜੀ, ਆਨ ਗੁਰੂ ਕੇ ਪਾਸ ਪਹੁੰਚਾਵੈ। ਤੇ ਸਤਿਗੁਰੂ ਜੀ ਦੇ ਕੋਲ ਪਹੁੰਚਾਉਂਦੇ ਆ ਮਾਇਆ ਨੂੰ ਜੀ। ਲਿਆ ਕੇ ਨਾ ਜੀ ਮਾਇਆ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੂੰ ਦਿੰਦੇ ਆ। ਹਾਂਜੀ, ਨਿਜ ਹਿਤ ਜੋ ਸਿੱਖਿਆਨ ਤੇ ਪਾਵੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਜੋ ਵੀ ਸਿੱਖਾਂ ਕੋਲੋਂ ਪ੍ਰਾਪਤ ਹੁੰਦਾ ਜੀ ਇਹਨਾਂ ਨੂੰ ਆਪਣੇ ਵਾਸਤੇ ਵੀ ਪ੍ਰਾਪਤ ਹੁੰਦਾ ਸੀ ਨਾ ਜੀ, ਉਹ ਵੀ ਮਹਾਰਾਜ ਦੇ ਚਰਨਾਂ 'ਚ ਚੜਾ ਦਿੰਦੇ ਸੀਗੇ ਜੀ। ਬੜੇ ਵੱਡੇ ਤਿਆਗੀ ਸਨ ਜੀ ਇਹ ਚਾਰੇ ਸਿੱਖ ਜੀ, ਬਹੁਤ ਵੱਡੇ ਤਿਆਗੀ। ਚੇਤਾ ਰੱਖਿਓ, ਮਾਇਆ ਬੰਦੇ ਨੂੰ ਭਰਮਾ ਲੈਂਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ, ਜਿਹੜੇ ਸਿਰ ਤੇ ਮਹਾਰਾਜ ਹੱਥ ਰੱਖ ਦੇਣ ਨਾ ਜੀ, ਉਹਦੇ ਤੇ ਮਾੜਾ ਅਸਰ ਨਹੀਂ ਪਾਉਂਦੀ, ਨਹੀਂ ਤੇ ਮਾੜਾ ਅਸਰ ਪਾ ਦਿੰਦੀ ਜੀ। ਹਾਂਜੀ, ਤਿਸ ਕੇ ਸੰਗ ਕਰਹਿ ਗੁਜਰਾਨੇ। ਹਾਂਜੀ, ਇੱਕ ਦਿਨ ਸਾਹਿਬ ਬੂਝਨ ਠਾਨੇ। ਗੱਜ ਕੇ ਆਖੋ ਵਾਹਿਗੁਰੂ। ਆਪ ਇਹ ਗਰੀਬੀ ਦਾਵੇ ਦੇ ਵਿੱਚ ਹੀ ਗੁਜ਼ਾਰਾ ਕਰਦੇ ਜੀ। ਗਰੀਬੀ ਦਾਵੇ ਵਿੱਚ ਹੀ ਜੀ। ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ ਤੇ ਗੁਰੂ ਅਰਜਨ ਸਾਹਿਬ ਇਹਨਾਂ ਨੂੰ ਪੁੱਛਦੇ ਆ ਜੀ। ਹਾਂਜੀ, ਗੁਰ ਧਨ ਕੋ ਤੁਮ ਕਿਸ ਬਿਦ ਜਾਨੋ। ਮਹਾਰਾਜ ਕਹਿਣ ਲੱਗੇ, ਗੁਰਮੁਖੋ, ਜਿਹੜੀ ਮਾਇਆ ਆਉਂਦੀ ਹੈ ਗੁਰੂ ਸਾਹਿਬ ਦੀ, ਸੰਗਤਾਂ ਕਹਿੰਦੀਆਂ ਆ ਗੁਰੂ ਸਾਹਿਬ ਨੂੰ ਦੇ ਦਿਓ। ਕਹਿਣ ਲੱਗੇ, ਇਹਨੂੰ ਤੁਸੀਂ ਕਿਹੋ ਜਿਹਾ ਜਾਣਦੇ ਹੋ? ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਜੋ ਸੰਗਤ ਤੇ ਲਿਆਵਨ ਠਾਨੋ। ਸੰਗਤ ਤੁਹਾਨੂੰ ਮਾਇਆ ਦਿੰਦੀ ਵੀ ਇਹ ਗੁਰੂ ਘਰ ਪਹੁੰਚਾ ਦਿਓ, ਗੁਰੂ ਘਰ ਪਹੁੰਚਾ ਦਿਓ। ਚੇਤਾ ਰੱਖੋ, ਮਾਇਆ ਤਾਂ ਖੇਡ ਹੀ ਇਹੋ ਜਿਹੀ ਹੈ, ਬੰਦਾ ਰਸਤੇ 'ਚ ਹੀ ਥੋੜੀ ਕਰ ਦਿੰਦਾ ਜੀ। ਹਾਂਜੀ, ਕਿਸੇ ਨੂੰ ਕੀ ਪਤਾ ਲੱਗਣ ਦਿਆ ਜੀ, ਰਸਤੇ 'ਚ ਹੀ ਕਾਂਟੀ ਪਾ ਦੇ। ਹਾਂਜੀ, ਦਿੱਤੇ ਕਿਸੇ ਨੇ 100 ਹੈ ਤੇ ਦੇਵੇ 10 ਜੀ, ਅੱਗੇ 10 ਰੁਪਏ ਦੇ ਦੇ। ਮਹਾਰਾਜ ਸੱਚੇ ਪਾਤਸ਼ਾਹ ਅਜਬ ਅਜਾਇਬ ਉਮਰਾ ਸ਼ਾਹ ਤੇ ਸੰਗੇ ਨੂੰ ਪੁੱਛਦੇ ਆ, ਕਹਿੰਦੇ ਆ ਜਿਹੜੀ ਸੰਗਤ ਤੁਹਾਨੂੰ ਮਾਇਆ ਦਿੰਦੀ ਵੀ ਜਾ ਕੇ ਚੜਾਓ, ਇਹ ਕੀ ਭਾਵ ਰੱਖਦੇ ਹੋ ਇਸ ਮਾਇਆ ਨਾਲ? ਤੁਸੀਂ ਕਿਹੋ ਜੀ ਜਾਣਦੇ ਹੋ ਇਹਨੂੰ? ਹਾਂਜੀ, ਕਹੇ ਉਹ ਤਿਨਹੁ ਹਮ ਬਿਖ ਸਮ ਜਾਣੈ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ, ਮਹਾਰਾਜ ਤੁਹਾਡੀ ਮਿਹਰ ਕਿਰਪਾ ਤੇ ਦਇਆ ਦ੍ਰਿਸ਼ਟੀ ਦੇ ਨਾਲ ਮਹਾਰਾਜ ਸਾਨੂੰ ਪਤਾ ਲੱਗਾ ਹੈ, ਆਪਣੀ ਜੋ ਕਿਰਤ ਵਿਰਤ ਹੈ ਉਹ ਤੇ ਠੀਕ ਹੈ, ਸੰਗਤ ਦੀ ਮਾਇਆ ਨੂੰ ਆਪਣੇ ਉੱਤੇ ਵਰਤਣਾ ਅਸੀਂ ਜ਼ਹਿਰ ਸਮਝਦੇ ਹਾਂ। ਕਹਿਣ ਲੱਗੇ, ਇਹ ਗੁਰੂ ਘਰ ਹੀ ਸਫਲੀ ਹੋ ਸਕਦੀ ਹੈ। ਹਾਂਜੀ, ਤੇ ਬੰਦਾ ਕਾਂਟੀ ਪਾਉਣ ਲੱਗਿਆ ਸੰਗ ਹੀ ਨਹੀਂ ਕਰਦਾ ਜੀ। ਹਾਂਜੀ,
ਦਿੱਤਾ ਕਿਸੇ ਨੇ ਵੀ ਆ 100 ਦਮੜਾ ਸਤਿਗੁਰੂ ਜੀ ਨੂੰ ਭੇਟਾ ਕਰ ਦਿਓ ਜੀ। ਤੇ ਬੰਦਾ ਕੀ ਕਰਦਾ ਜੀ? ਬੰਦਾ ਉਹ 100 ਜਿਹੜਾ ਹੈ 90 ਜੇਬ ਚ ਪਾ ਲੈਂਦਾ, 10 ਗੁਰੂ ਸਾਹਿਬ ਨੂੰ ਦੇ ਦਿੰਦਾ ਜੀ। ਉਹ ਕੀ ਹੈ? ਉਹ ਜ਼ਹਿਰ ਹੈ, ਜ਼ਹਿਰ। ਐਸਾ ਬੰਦਾ ਆਪ ਵੀ ਜ਼ਹਿਰ ਛਕਦਾ ਹੈ, ਆਪਣੇ ਪਰਿਵਾਰ ਨੂੰ ਕੀ ਛਕਾਉਂਦੇ ਆ? ਜ਼ਹਿਰ। ਤੇ ਤੁਸੀਂ ਦੱਸੋ ਵੀ ਜ਼ਹਿਰ ਛਕ ਕੇ ਬੰਦਾ ਬਚਦਾ ਜੀ? ਕੋਈ ਜੀ ਜ਼ਹਿਰ ਛਕ ਕੇ ਬਚਾਅ ਹੁੰਦਾ ਬੰਦੇ ਦਾ ਜੀ? ਸ਼ਿਵ ਨਿਰਮਾਇਲ ਕੇਰ ਸਮਾਨੇ। ਮਹਾਰਾਜ ਜਿਵੇਂ ਸ਼ਿਵ ਜੀ ਦੇ ਚੜਾਵੇ ਨੂੰ ਨਹੀਂ ਨਾ ਕੋਈ ਵਰਤਦਾ, ਮੰਨਦੇ ਆ ਵੀ ਸ਼ਿਵ ਜੀ ਦਾ ਜਿਹੜਾ ਚੜਾਵਾ ਪੁਰਾਣਾਂ ਚ ਲਿਖਿਆ ਵੀ ਇਹ ਗ੍ਰਹਿਣ ਕਰਨ ਦੇ ਯੋਗ ਨਹੀਂ ਹੈਗਾ। ਮਹਾਰਾਜ ਅਸੀਂ ਗੁਰੂ ਦੀ ਸੰਗਤ ਦੀ ਭੇਟਾ ਤੋਂ ਬਹੁਤ ਡਰਦੇ ਆ ਮਹਾਰਾਜ। ਉਹ ਤੁਸੀਂ ਸਾਖੀ ਸੁਣੀ ਨਾ ਚਾਚਾ ਫੱਗੋ ਜੀ ਦੀ ਜੀ, ਕਿਵੇਂ ਉਹ ਗਿਟਕ ਤੋਂ ਬੇਰ ਬਣੇ, ਉਹ ਲਿਆ ਕੇ ਭੇਟਾ ਕੀਤੇ ਜੀ। ਹਾਂਜੀ। ਸੁਨ ਸ਼੍ਰੀ ਮੁਖ ਤੇ ਬਾਕ ਉਚਾਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਸਾਹਿਬ ਖੁਸ਼ ਹੋਏ ਜੀ ਉਹਨਾਂ ਦੀ ਗੱਲ ਸੁਣ ਕੇ, ਵੀ ਇਹ ਜ਼ਹਿਰ ਸਮਝਦੇ ਆ ਜੀ ਮਾਇਆ ਨੂੰ। ਨਹੀਂ ਤੇ ਮਿੱਠੀ ਬੜੀ ਲੱਗਦੀ, ਔਰ ਸਭ ਤੋਂ ਜ਼ਿਆਦਾ ਤੇ ਮੁਫਤ ਦੀ ਮਿੱਠੀ ਲੱਗਦੀ ਜੀ। ਮੁਫਤ ਦੀ ਜ਼ਿਆਦਾ ਮਿੱਠੀ ਲੱਗਦੀ ਜੀ। ਹਾਂਜੀ। ਕਰਹੁ ਜੇ ਇਮ ਤੁਮ ਹੋਏ ਉਧਾਰਾ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਅਜਬ ਅਜਾਇਬ, ਜੇ ਤੁਸੀਂ ਇਹੋ ਭਾਵਨਾ ਰੱਖੋਗੇ ਤੁਹਾਡਾ ਉਧਾਰ ਹੋ ਜਾਣਾ। ਕਹਿਣ ਲੱਗੇ ਤੁਹਾਡਾ ਉਧਾਰ ਹੋ ਜਾਣਾ ਜੀ। ਨਹੀਂ ਤੇ ਸਾਧ ਸੰਗਤ ਜੀ ਮਾਇਆ ਵਾਧੂ ਛਕ ਕੇ ਸੱਪ ਵੀ ਬਣੇ ਬੰਦੇ ਜੀ। ਇਤਿਹਾਸ ਚ ਕਥਾ ਹੁੰਦੀ ਹੈ ਜੀ ਉਹਨਾਂ ਦੀ। ਹਾਂਜੀ। ਪੈੜਾ ਸਿੱਖ ਛੱਜਲ ਤਿਸ ਜਾਤੀ। ਇੱਕ ਸਿੱਖ ਆਇਆ ਮਹਾਰਾਜ ਕੋਲ ਜੀ, ਉਹਦਾ ਨਾਮ ਹੈ ਭਾਈ ਪੈੜਾ ਜੀ। ਹਾਂਜੀ। ਕੰਦੂ ਸੰਗਰ ਜਾਤ ਉਪਾਤੀ। ਹਾਂਜੀ, ਉਹ ਇੱਕ ਦੂਜਾ ਸਿੱਖ ਹੈ। ਫਿਰ ਪੜੋ ਪੰਕਤੀ। ਕੰਦੂ ਸੰਗਰ ਜਾਤ ਉਪਾਤੀ। ਭਾਈ ਕੰਦੂ ਜੀ ਸੰਗਰ ਜਾਤੀ ਦੇ ਹੈ, ਭਾਈ ਪੈੜਾ ਜੀ ਛੱਜਲ ਜਾਤੀ ਦੇ ਹੈ ਜੀ। ਹਾਂਜੀ। ਸ਼੍ਰੀ ਅਰਜਨ ਕੋ ਬੰਧਨ ਕੀਨ। ਇਹਨਾਂ ਬੜੀ ਮਹਿਮਾ ਸੁਣੀ ਜੀ ਹਰਿਮੰਦਰ ਸਾਹਿਬ ਦੀ ਜੀ। ਆਏ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ ਇਹਨਾਂ ਨੇ ਜੀ। ਆਪਾਂ ਵੀ ਟੇਕੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਪੁਨ ਅਰਦਾਸ ਕਰੀ ਹੋਏ ਦੀਨ। ਫਿਰ ਇਹਨਾਂ ਦੋਵਾਂ ਨੇ ਜੀ, ਭਾਈ ਪੈੜਾ ਜੀ ਨੇ ਤੇ ਭਾਈ ਕੱਦੂ ਜੀ ਹੋਣਾ, ਬੜੀ ਨਿਮਰਤਾ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਜੀ, ਬਹੁਤ ਅਧੀਨਗੀ ਦੇ ਨਾਲ ਜੀ। ਹਾਂਜੀ। ਕਿਮ ਹਮਰੋ ਹੋਵੇ ਕਲਿਆਣ। ਸੱਚੇ ਪਾਤਸ਼ਾਹ ਅਸੀਂ ਬੜੀਆਂ ਥਾਵਾਂ ਤੇ ਗਏ, ਇਹ ਕਿਰਪਾ ਕਰੋ ਸਾਡਾ ਕਲਿਆਣ ਕਿਵੇਂ ਹੋਏਗਾ। ਸਾਨੂੰ ਉੱਤਰ ਨਹੀਂ ਸਹੀ ਮਿਲਿਆ ਮਹਾਰਾਜ। ਹਾਂਜੀ। ਸ਼੍ਰੀ ਗੁਰ ਦੇਹੋ ਉਪਦੇਸ਼ ਬਖਾਨ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ ਮਹਾਰਾਜ, ਸਾਡਾ ਕਿਵੇਂ ਭਲਾ ਹੋਏਗਾ। ਹਰ ਬੰਦਾ ਚਾਹੁੰਦਾ ਮੈਂ ਮੌਤ ਤੋਂ ਬਾਅਦ ਜਿਹੜੇ ਦੁੱਖ ਨੇ ਨਾ, ਮੈਂ ਉਹਨਾਂ ਤੋਂ ਬਚ ਜਾਵਾਂ ਜੀ। ਉਂਝ ਕਲਿਆਣ ਸ਼ਬਦ ਦਾ ਅਰਥ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਜੀਂਦਿਆਂ ਜੀ ਵੀ ਸੁੱਖ ਮਿਲਣੇ, ਮਰਨ ਤੋਂ ਬਾਅਦ ਵੀ ਸੁੱਖ ਮਿਲਣੇ ਜੀ। ਜੀਂਦਿਆਂ ਜੀ ਵਾਲੇ ਜਿਹੜੇ ਦੁੱਖ ਹੈ ਨਾ, ਚੇਤਾ ਰੱਖਿਓ, ਇਹਨਾਂ ਦੇ ਤੇ ਬੰਦੇ ਕੋਲ ਸਾਧਨ ਨੇ। ਬੰਦਾ ਉਹ ਦੁੱਖਾਂ ਨੂੰ ਦੂਰ ਕਰਨ ਵਾਸਤੇ ਯਤਨ ਕਰਦਾ, ਮਰਨ ਤੋਂ ਬਾਅਦ ਜਿਹੜੇ ਦੁੱਖ ਸਾਹਮਣੇ ਆਉਂਦੇ ਨਾ ਜੀ, ਉਦੋਂ ਨਾਲ ਕੋਈ ਸਾਥੀ ਨਹੀਂ ਹੁੰਦਾ ਉਹ ਦੁੱਖ ਦੂਰ ਕਰਨ ਵਾਸਤੇ ਜੀ। ਮਰਨ ਤੋਂ ਬਾਅਦ ਭੁੱਖ ਵੀ ਓਨੀ ਲੱਗਦੀ ਜਿੰਨੀ ਜਿੰਦਿਆਂ ਜੀ ਲੱਗਦੀ ਹੈ, ਤੇ ਮਰਨ ਤੋਂ ਬਾਅਦ ਸਾਧ ਸੰਗਤ ਜੀ ਕੱਪੜਿਆਂ ਦੀ ਵੀ ਲੋੜ ਪੈਂਦੀ ਬੰਦੇ ਨੂੰ ਜੀ। ਸਭ ਕੁਝ ਲੋੜ ਪੈਂਦਾ ਜੀ, ਸਭ ਕੁਝ ਹੁੰਦਾ ਜੀ। ਤੇ ਜੀਂਦਿਆਂ ਜੀ ਵੀ ਬੰਦੇ ਦਾ ਭਲਾ ਹੋਣਾ ਤੇ ਮਰਨ ਤੋਂ ਬਾਅਦ ਵੀ ਭਲਾ ਹੋਣਾ ਜੀ, ਕਿਉਂ ਜ਼ਿੰਦਗੀ ਬਹੁਤ ਲੰਬੀ ਹੈ ਜੀ। ਇਹ ਤਾਂ ਸਰੀਰ ਮਿਲਿਆ ਜੀ, ਸਰੀਰ ਨਾਸ ਹੋ ਗਿਆ, ਆਤਮਾ ਤਾਂ ਜਿਉਂਦੀ ਰਹਿਣੀ ਹੈ। ਤੇ ਦੋਵੇਂ ਸਿੱਖ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸਾਡਾ ਕਲਿਆਣ ਹੋ ਜਾਵੇ, ਸਾਡਾ ਭਲਾ ਹੋ ਜਾਵੇ। ਮਹਾਰਾਜ ਇਸ ਤਰ੍ਹਾਂ ਦੇ ਬਚਨ ਸੁਣਾਇਓ ਮਹਾਰਾਜ। ਹਾਂਜੀ।
ਸਤਿਗੁਰ ਕਹਿਓ ਸੁਦਾਸਰ ਨਾਵੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕੋਈ ਨਹੀਂ ਦੱਸ ਦਿੰਨੇ। ਮਹਾਰਾਜ ਕਿਰਪਾ ਕਰੋ। ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਿਆ ਕਰੋ। ਕਹਿਣ ਲੱਗੇ ਵੇਖੋ ਕਿੱਡਾ ਸੌਖਾ ਕੰਮ ਦੱਸਦਾ ਜੀ। ਜ਼ਿੰਦਗੀ ਇਸ ਜਿੰਦਿਆਂ ਜੀ ਦੇ ਦੁੱਖਾਂ ਤੋਂ ਤੇ ਬਚਣਾ, ਮਰਨ ਤੋਂ ਬਾਅਦ ਜਿਹੜੇ ਦੁੱਖ ਆਉਂਦੇ ਉਹਨਾਂ ਤੋਂ ਵੀ ਬੰਦਾ ਬਚ ਜਾਂਦਾ ਜੀ। ਸ਼ਬਦ ਵਿਚਾਰੋ ਗੁਰਮਤਿ ਪਾਵੋ। ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੋ, ਗੁਰਬਾਣੀ ਦਾ ਕੀਰਤਨ ਸੁਣੋ, ਉਹਦੀ ਵਿਚਾਰ ਕਰੋ। ਕਹਿਣ ਲੱਗੇ ਇਹ ਗੁਰਮਤਿ ਹੈ। ਕਹਿਣ ਲੱਗੇ ਹਾਂਜੀ। ਗੁਰ ਸਿੱਖਨ ਕੀ ਸੇਵਾ ਕਰੀਐ ਹੈ। ਤੇ ਗੁਰ ਸਿੱਖਾਂ ਦੀ ਸੇਵਾ ਕਰੋ, ਜਿੰਨਾ ਹੋ ਸਕਦਾ ਸੇਵਾ ਕਰੋ। ਇਸ ਕੰਮ ਤੇ ਬਹੁਤਾ ਜ਼ੋਰ ਨਹੀਂ ਲੱਗਦਾ, ਲੰਬੀ ਸਮਾਧੀ ਨਹੀਂ ਲਾਉਣੀ ਪੈਂਦੀ ਜੀ ਬੰਦੇ ਨੂੰ ਜੀ ਵੀ ਆਖੋ ਜੀ 5 ਘੰਟੇ ਚੌਂਕੜਾ ਮਾਰ ਕੇ ਲੰਮੀ ਸਮਾਧੀ ਲਾਉਣੀ ਪੈਣੀ, ਨਹੀਂ। ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੋ, ਸ਼ਬਦ ਦੀ ਵਿਚਾਰ ਕਰੋ, ਗੁਰਸਿੱਖਾਂ ਦੀ ਸੇਵਾ ਕਰੋ। ਹਾਂਜੀ। ਤਜ ਹੰਕਾਰ ਨਮਰਤਾ ਧਰੀਐ ਹੈ। ਤੇ ਹਉਮੈ ਛੱਡ ਕੇ ਨਿਮਰਤਾ ਦੇ ਵਿੱਚ ਆ ਜਾਓ। ਕਹਿਣ ਲੱਗੇ ਨਾ ਜਿੰਦਿਆਂ ਜੀ ਦੁੱਖ ਵੇਖਣੇ ਪੈਣਗੇ, ਨਾ ਮਰਨ ਤੋਂ ਬਾਅਦ ਹੀ ਦੁੱਖ ਵੇਖਣੇ ਪੈਣਗੇ। ਇਹ ਕੰਮ ਔਖਾ ਜੀ। ਕਈ ਉੱਥੇ ਸੇਵਾ ਕਰਦੇ ਆ ਵੀ ਹਉਮੈ ਪੂਰੀ ਰੱਖਦੇ ਆ ਜੀ, ਹਉਮੈ ਨਹੀਂ ਛੱਡਦੇ ਜੀ। ਉਹਨਾਂ ਨੂੰ ਸਗੋਂ ਆਮ ਬੰਦਿਆਂ ਤੋਂ ਵੱਧ ਹਉਮੈ ਹੁੰਦੀ ਜੀ। ਹਾਂਜੀ। ਜੇ ਸਤਿਗੁਰ ਤੀਸਰ ਪਾਤਸ਼ਾਹੂ। ਮਹਾਰਾਜ ਉਹਨਾਂ ਦੋਨਾਂ ਸਿੱਖਾਂ ਨੂੰ ਦੱਸਣ ਦਏ ਹੈ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਜਿਹੜੇ ਤੀਸਰੇ ਪਾਤਸ਼ਾਹ ਹੋਏ ਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਹਮਰੇ ਪਿਤਾ ਹਕਾਰੇ ਪਾਹੂ। ਉਹਨਾਂ ਨੇ ਇੱਕ ਦਿਨ ਸਾਡੇ ਪਿਤਾ ਜੀ ਨੂੰ ਆਪਣੇ ਕੋਲ ਸੱਦਿਆ, ਭਾਵ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਸੱਦਿਆ ਇੱਕ ਦਿਨ। ਹਾਂਜੀ। ਕਹਿਓ ਬਚਨ ਕਲ ਯੁਗ ਕੇ ਜੀਵ। ਤੇ ਗੁਰੂ ਅਮਰਦਾਸ ਜੀ ਸਾਡੇ ਪਿਤਾ ਜੀ ਨੂੰ ਕਹਿਣ ਲੱਗੇ ਕਲ ਯੁਗ ਦੇ ਜਿਹੜੇ ਜੀਵ ਨੇ ਨਾ, ਕਲ ਯੁਗ ਦੇ। ਹਾਂਜੀ। ਸਗਰੀ ਸ਼ਕਤ ਬਹੀਨੇ ਥੀਵ। ਇਹਨਾਂ ਕੋ ਵਿਚਾਰਿਆਂ ਕੋ ਤਾਕਤ ਨਹੀਂ ਹੈਗੀ। ਹੈਗੀ ਸਾਡੇ ਕੋਲ ਕੋਈ ਤਾਕਤ ਨਹੀਂ। ਹਾਂਜੀ। ਕੋਈ ਤਾਕਤ ਨਹੀਂ ਹੈਗੀ ਜੀ, ਕੁਝ ਨਹੀਂ ਕਰ ਸਕਦੇ। ਵੇਖੋ ਛੋਟੀ ਜਿਹੀ ਬਿਮਾਰੀ ਆਈ ਜੀ, ਕਿਵੇਂ ਸਾਰੀ ਦੁਨੀਆ ਹਿੱਲ ਗਈ ਕਿ ਨਹੀਂ ਹਿੱਲ ਗਈ ਜੀ। ਮਹਾਰਾਜ ਕਹਿੰਦੇ ਇਹਨਾਂ ਬੰਦਿਆਂ ਕੋ ਸ਼ਕਤੀ ਕੋਈ ਨਹੀਂ ਹੈਗੀ। ਹਾਂਜੀ। ਇੱਕ ਤੋਂ ਭਈ ਆਰਜਾ ਛੋਟੀ। ਇੱਕ ਤੇ ਉਮਰ ਬੜੀ ਥੋੜੀ ਹੈ ਜੀ। ਕੱਢ ਕੇ ਆਖੋ ਵਾਹਿਗੁਰੂ। ਪਹਿਲੇ ਯੁੱਗਾਂ ਦੇ ਮੁਕਾਬਲੇ ਹੁਣ ਬਹੁਤ ਉਮਰ ਛੋਟੀ ਬੰਦੇ ਦੀ ਜੀ। 100 ਤੱਕ ਤੇ ਵਿਰਲਾ ਪਹੁੰਚਦਾ ਜੀ, 100 ਤੱਕ ਵਿਰਲੇ ਬੰਦੇ ਪਹੁੰਚਦੇ ਜੀ। ਗੁਰੂ ਅਮਰਦਾਸ ਜੀ ਕਹਿ ਰਹੇ, ਕਹਿੰਦੇ ਇਹਨਾਂ ਬੰਦਿਆਂ ਦੀ ਉਮਰਾਂ ਛੋਟੀਆਂ ਨੇ ਸਾਰਿਆਂ ਦੀਆਂ। ਹਾਂਜੀ। ਹੀਨ ਪਦਾਰਥ ਬੁੱਧੀ ਮੋਟੀ। ਤੇ ਉਤੋਂ ਪਦਾਰਥ ਵੀ ਬਹੁਤੇ ਵਧੀਆ ਨਹੀਂ ਹੈਗੇ ਇਹਨਾਂ ਕੋਲ, ਤੇ ਬੁੱਧੀ ਜਿਹੜੀ ਉਹ ਮੋਟੀ ਹੈ ਜੀ, ਮਤ ਨਹੀਂ ਹੈਗੀ ਜੀ। ਹਾਂਜੀ। ਵੇਖ ਕਈ ਵਾਰੀ ਵੇਖੀਦਾ ਜੀ। ਹਾਂਜੀ। ਚੰਗੀ ਭਲੀ ਜਿਹੜੀ ਗੱਲ ਹੈ ਉਹ ਵੀ ਸਮਝ ਵਿੱਚ ਨਹੀਂ ਆਉਂਦੀ ਜੀ ਬੰਦੇ ਨੂੰ ਜੀ। ਮਹਾਰਾਜ ਕਹਿੰਦੇ ਕਲ ਯੁੱਗ ਦੇ ਪ੍ਰਭਾਵ ਐਸਾ ਹੈਗਾ। ਕਹਿਣ ਲੱਗੇ ਹਾਂਜੀ। ਕਰ ਨਾ ਸਕਹਿ ਸਭ ਤੀਰਥ ਮੱਜਨ। ਤੇ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ। ਘਟੀਆ ਸਾਧਨ ਨੇ ਨਾ, ਸਾਧਨ ਨਹੀਂ ਇੰਨੇ ਹੈਗੇ ਕੋਲ, ਸਾਧਨ ਨਹੀਂ ਕੋਲ ਹੈਗੇ। ਸਾਰੇ ਤੀਰਥਾਂ ਤੇ ਜਾ ਕੇ ਕਿੱਥੇ ਇਸ਼ਨਾਨ ਕਰਨਗੇ। ਹਾਂਜੀ। ਬਿਦ ਸੋ ਦਾਨ ਦੇਹ ਨਹਿ ਸਵਜਨ। ਤੇ ਫਿਰ ਕੋਈ ਦਾਨ ਪੁੰਨ ਵੀ ਵਿਧੀ ਦੇ ਨਾਲ ਨਹੀਂ ਕਰ ਸਕਦੇ ਜੀ। ਜਿਹੋ ਜੀਆਂ ਵਿਧੀਆਂ ਉਸ ਸਮੇਂ ਦੇ ਬ੍ਰਾਹਮਣ ਲੋਕਾਂ ਨੇ ਦਸੀਆਂ ਸੀ, ਉਹੋ ਜੀ ਤੇ ਵਿਧੀ ਬੰਦਾ ਕਰ ਹੀ ਨਹੀਂ ਸਕਦਾ ਜੀ। ਇੰਨੇ ਘੋੜੇ ਦਾਨ ਕਰੋ, ਇੰਨੇ ਹਾਥੀ ਦਾਨ ਕਰੋ, ਇੰਜ ਕਰੋ ਉਂਝ ਕਰੋ। ਮਾੜਾ ਬੰਦਾ ਤੇ ਦਾਨ ਨਹੀਂ ਸੀ ਕਰ ਸਕਦਾ ਜੀ। ਹਾਂਜੀ। ਇਸ ਕਾਰਨ ਤੇ ਤੀਰਥ ਮਹਾ ਮਦਰ ਦੇਸ਼ ਮਹਿ ਰਚੀਐ ਇਹਾਂ। ਤੇ ਸਾਡੇ ਪਿਤਾ ਜੀ ਨੂੰ ਸਾਡੇ ਨਾਨਾ ਜੀ ਨੇ ਆਖਿਆ ਸੀ ਇਹਨਾਂ ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਇੱਕ ਤੀਰਥ ਬਣਾਓ ਜਿੱਥੇ ਇਹਨਾਂ ਸਾਰਿਆਂ ਦਾ ਹੀ ਭਲਾ ਹੋ ਜਾਏ ਜੀ।
ਹੁਣ ਵੇਖੋ 10 ਰੁਪਏ ਤੇ ਗਰੀਬ ਬੰਦਾ ਵੀ ਚੜਾ ਸਕਦਾ ਜੀ, ਇਸ਼ਨਾਨ ਕੋਈ ਵੀ ਕਰ ਸਕਦਾ ਜੀ। ਇਹ ਤੋਂ ਘੱਟ 1 ਰੁਪਈਆ ਹੀ ਬੰਦਾ ਚੜਾ ਦੇ ਜੀ, ਉਹਦਾ ਵੀ ਲਾਭ ਹੈ ਜੀ। ਹਾਂਜੀ। 3 ਲੋਕ ਕੇ ਤੀਰਥ ਜੋਏ, ਸਭ ਸੋ ਫਲ ਇਸ਼ਨਾਨ ਤੇ ਹੋਏ। ਪਰ ਤੀਰਥ ਐਸਾ ਬਣਾਉਣਾ ਹੈ, ਇੱਕ ਤਾਂ ਨਾ 68 ਤੀਰਥ ਜੀ ਸੁਣਿਆ, 68 ਕਾ ਇਸ਼ਨਾਨ, 68 ਤੀਰਥ ਤੇ ਇਸ ਦੇਸ਼ ਦੇ ਮੰਨੇ ਗਏ ਨਾ ਜੀ। ਤੇ ਸਤਿਗੁਰੂ ਜੀ ਦੀਆਂ ਗੱਲਾਂ ਵੱਡੀਆਂ ਨੇ ਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ 3 ਲੋਕਾਂ 'ਚ ਜਿਹੜੇ ਤੀਰਥ ਨੇ ਜੀ, 3 ਲੋਕਾਂ 'ਚ ਉਹਨਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਇੱਕੋ ਤੀਰਥ ਤੇ ਇਸ਼ਨਾਨ ਕਰਕੇ ਮਿਲ ਜੇ, ਇਹੋ ਜਿਹਾ ਤੀਰਥ ਬਣਾਓ। ਕਹਿਣ ਲੱਗੇ ਜਿਹੜਾ 3 ਲੋਕਾਂ ਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜੇ। ਇਸ ਥਲ ਥੇਹੋ ਬਤਾਇਓ ਜਬੈ। ਇਹ ਬਚਨ ਕਰਕੇ ਫਿਰ ਸਾਡੇ ਪਿਤਾ ਜੀ ਨੂੰ ਸਾਡੇ ਨਾਨਾ ਜੀ ਨੇ ਇਸ ਜਗ੍ਹਾ ਭੇਜਿਆ ਸੀਗਾ, ਹਰਿਮੰਦਰ ਸਾਹਿਬ ਵਾਲੀ। ਹਮਰੇ ਪਿਤਾ ਖਨਾਇਓ ਤਬੈ। ਤੇ ਫਿਰ ਸਾਡੇ ਪਿਤਾ ਜੀ ਨੇ ਸਰੋਵਰ ਇੱਥੇ ਖੁਦਵਾਇਆ। ਕਹਿਣ ਲੱਗੇ ਹਾਂਜੀ, ਸ਼੍ਰੀ ਅੰਮ੍ਰਿਤਸਰ ਰਾਖਿਓ ਨਾਮੋ। ਤੇ ਉਸ ਸਰੋਵਰ ਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ, ਅੰਮ੍ਰਿਤਸਰ ਨਾਮ ਰੱਖਿਆ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਅੰਮ੍ਰਿਤਸਰ ਸ਼ਹਿਰ ਦਾ ਨਾਮ ਸਰੋਵਰ ਦੇ ਨਾਮ ਤੇ ਹੈ ਜੀ। ਜਿਹੜੇ ਕਹਿੰਦੇ ਸਰੋਵਰ 'ਚ ਇਸ਼ਨਾਨ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੌਣ ਸਮਝਾਏ ਵੀ ਅੰਮ੍ਰਿਤਸਰ ਦਾ ਤੇ ਨਾਮ ਹੀ ਸਰੋਵਰ ਦੇ ਨਾਮ ਤੇ ਹੈ ਜੀ। ਹਾਂਜੀ, ਸਰ ਦਾ ਮਤਲਬ ਸਰੋਵਰ ਹੈ ਜੀ, ਅੰਮ੍ਰਿਤ ਸਰੋਵਰ। ਚਤੁਰ ਪਦਾਰਥ ਕੋ ਨਿਤ ਧਾਮੋ। ਤੇ ਕਹਿਣ ਲੱਗੇ ਫਿਰ ਸਾਡੇ ਪਿਤਾ ਜੀ ਨੇ ਇਹ ਅਸਥਾਨ ਬਣਾਇਆ, 4 ਪਦਾਰਥਾਂ ਦਾ ਘਰ ਹੈਗਾ ਇਹ। ਕਹਿਣ ਲੱਗੇ ਧਰਮ ਅਰਥ ਕਾਮ ਮੋਕਸ਼ ਦਾ। ਹਾਂਜੀ, ਕਾਛੀ ਆਦਿਕ ਤੀਰਥ ਸਭੈ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤ ਜੀ ਇੰਨੀ ਮਹਾਰਾਜ ਨੇ ਕਿਰਪਾ ਕੀਤੀ, ਇੰਨੀ ਕਿਰਪਾ ਕੀਤੀ, ਕਿਤੇ ਭਟਕਣ ਦੀ ਲੋੜ ਹੀ ਨਹੀਂ ਹੈਗੀ ਜੀ ਬੰਦੇ ਨੂੰ ਜੀ, ਭਟਕਣ ਦੀ ਲੋੜ ਨਹੀਂ ਹੈਗੀ ਜੀ। ਕਾਸ਼ੀ ਦੇ ਤੇ ਹੋਰ ਜਿੰਨੇ ਤੀਰਥ ਨੇ ਨਾ ਜੀ, ਹਾਂਜੀ, ਇਸ ਕੀ ਸ਼ਰਨ ਰਹੇ ਪਰ ਅਬ। ਕਹਿਣ ਲੱਗੇ ਉਹ ਹੁਣ ਸਾਰੇ ਇਸੇ ਦੀ ਸ਼ਰਨ ਵਿੱਚ ਨੇ। ਜਿੰਨੇ ਵੱਡੇ ਵੱਡੇ ਤੀਰਥ ਨੇ ਉਹ ਹਰਿਮੰਦਰ ਸਾਹਿਬ ਦੀ ਸ਼ਰਨ ਵਿੱਚ ਨੇ ਸਾਰੇ ਤੀਰਥ। ਹੁਣ ਸਾਨੂੰ ਨਜ਼ਰ ਨਹੀਂ ਨਾ ਆਉਂਦਾ, ਅਸੀਂ ਕਹਾਂਗੇ ਇਹ ਗੱਲਾਂ ਕਿਵੇਂ ਹੋ ਸਕਦੀਆਂ ਜੀ। ਸਾਡੀ ਬੁੱਧੀ ਛੋਟੀ ਹੈ, ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਜੀ। ਜਿਹੜੇ ਬੋਲ ਰਹੇ ਉਹਨਾਂ ਨੂੰ ਸਾਰਾ ਪਤਾ ਹੈ ਜੀ। ਹਾਂਜੀ, ਵਰਤ ਹੈ ਕਾਲ ਕਲੀ ਕੋ ਘੋਰ। ਜਦੋਂ ਕਹਿਣ ਲੱਗੇ ਘੋਰ ਕਲਯੁਗ ਦਾ ਸਮਾਂ ਆ ਜਾਣਾ ਨਾ ਜੀ, ਬਹੁਤ ਮਾੜਾ ਸਮਾਂ ਜਦੋਂ ਆ ਜਾਣਾ ਜੀ। ਘੋਰ ਕਲਯੁਗ ਦਾ ਸਮਾਂ ਉਹ ਵੀ ਗ੍ਰੰਥਾਂ 'ਚ ਲਿਖਿਆ ਵੀ ਕਦੋਂ ਆਏਗਾ। ਗੱਜ ਕੇ ਆਖੋ ਵਾਹਿਗੁਰੂ। ਘੋਰ ਕਲਯੁਗ ਦੇ ਸਮੇਂ ਦਾ ਵੀ ਦੱਸਿਆ ਜੀ। ਬੱਚੀ ਦੀ ਉਮਰ ਬਹੁਤ ਛੋਟੀ ਦੱਸਣੀ ਜੀ, ਉਸ ਘੋਰ ਕਲਯੁਗ ਜੀ। ਬੜੀ ਛੋਟੀ ਉਮਰ ਦੀ ਬੱਚੀ ਜਦੋਂ ਮਾਂ ਬਣੇਗੀ ਨਾ, ਉਦੋਂ ਘੋਰ ਕਲਯੁਗ ਮੰਨਿਆ ਜਾਣਾ। ਹਾਂਜੀ, ਘੋਰ ਕਲਯੁਗ ਜੀ। 1-2 ਸਾਲਾਂ ਦੀ ਬੱਚੀ ਬਾਰੇ ਜੀ, ਉਹਨੂੰ ਘੋਰ ਕਲਯੁਗ ਦੱਸਿਆ ਜੀ ਗ੍ਰੰਥਾਂ ਦੇ ਵਿੱਚ। ਇੰਨਾ ਪਾਪ ਜਦੋਂ ਵਧਣਾ ਜੀ, ਅਜੇ ਤੇ ਰੱਬ ਦੀ ਮਿਹਰ ਹੈ, ਬੜਾ ਬਚਾਅ ਹੈ ਜੀ। ਮਹਾਰਾਜ ਕਹਿੰਦੇ ਜਦੋਂ ਘੋਰ ਕਲਯੁਗ ਆ ਜਾਣਾ ਨਾ, ਵਰਤ ਹੈ ਕਲੀ ਕਾਲ ਕੋ ਘੋਰ ਹੈ। ਹਾਂਜੀ, ਕਿਸ ਕੀ ਹੱਤਿਆ ਕੋ ਨਹਿ ਛੋਰ। ਤੇ ਕਹਿਣ ਲੱਗੇ ਵੀ ਸਭ ਪਾਸੇ ਹੱਤਿਆਵਾਂ ਹੀ ਹੋਣੀਆਂ ਨੇ, ਮੌਤਾਂ ਹੀ ਮੌਤਾਂ ਹੋਈ ਜਾਣੀਆਂ ਨੇ। ਹਾਂਜੀ, ਵਰਤ ਦਾਨ ਤਪ ਤੀਰਥ ਜੇਤੇ। ਕਰਹਿ ਨਿਵਾਸ ਇਸੀ ਮਹਿ ਤੇਤੇ। ਉਸ ਸਮੇਂ ਜਿੰਨੇ ਤੀਰਥ ਨੇ, ਜਿੰਨੇ ਦਾਨ ਪੁੰਨ ਨੇ, ਜਿੰਨੇ ਵਰਤ ਨੇ, ਉਹ ਸਾਰੇ ਹਰਿਮੰਦਰ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਣੇ ਜਦੋਂ ਘੋਰ ਕਲਯੁਗ ਦਾ ਵਰਤਾਰਾ ਵਰਤਣਾ ਹੈ ਜੀ। ਹਾਂਜੀ, ਜਗਤ ਨਾਥ ਇਹ ਹੋਏ ਬਸਾਲਾ। ਸਾਰੇ ਜਗਤ ਦਾ ਨਾਥ ਹੋਏਗਾ ਇਹ। ਕਹਿਣ ਲੱਗੇ ਅਸਥਾਨ, ਇਸੇ ਹੀ ਅਸਥਾਨ ਨੇ ਸ਼੍ਰੋਮਣੀ ਅਸਥਾਨ ਬਣਨਾ ਹੈ। ਹਾਂਜੀ, ਗੰਗਾ ਲੋਪ ਹੋਏ ਜਿਸ ਕਾਲਾ। ਜਿਸ ਸਮੇਂ
ਭਾਵ ਜਿਸ ਸਮੇਂ ਦੀ ਮਹਾਰਾਜ ਗੱਲ ਦੱਸ ਰਹੇ ਨਾ, ਉਸ ਸਮੇਂ ਗੰਗਾ ਨੇ ਵੀ ਅਲੋਪ ਹੋ ਜਾਣਾ ਹੈ, ਗੰਗਾ ਵੀ ਨਹੀਂ ਰਹਿਣੀ। ਉਦੋਂ ਹਰਿਮੰਦਰ ਸਾਹਿਬ ਰਹੇਗਾ। ਕਹਿਣ ਲੱਗੇ ਐਸਾ ਸਮਾਂ ਆਏਗਾ ਤੀਰਥ ਖਤਮ ਕਰ ਦਿੱਤੇ ਜਾਣਗੇ, ਉਦੋਂ ਹਰਿਮੰਦਰ ਸਾਹਿਬ ਰਹਿਣਾ। ਕਹਿਣ ਲੱਗੇ ਹਾਂਜੀ। ਕੋਸਨ ਲਓ ਇਸ ਕੇ ਚੌ ਫੇਰੇ, ਹਾਂਜੀ। ਸੰਤ ਰਿਖਨ ਕੇ ਥਿਰ ਹੋਵੇ ਡੇਰੇ। ਕਈ ਕੋਹ ਤੱਕ ਫਿਰ ਆਮ ਬੰਦੇ ਨਹੀਂ ਰਹਿਣੇ ਇੱਥੇ, ਸੰਤ ਹੀ ਆ ਕੇ ਵਸਣਗੇ। ਕਹਿਣ ਲੱਗੇ ਕਈ ਕੋਹ ਤੱਕ ਸੰਤ ਹੀ ਰਹਿਣਗੇ ਇਹਦੇ ਆਲੇ ਦੁਆਲੇ। ਹਾਂਜੀ। ਜਾਂ ਤੇ ਕਰਹੋ ਤਾਲ ਇਸਨਾਨ, ਇਸ ਕਰਕੇ ਸਿੱਖੋ ਇਸ ਸਰੋਵਰ 'ਚ ਇਸ਼ਨਾਨ ਕਰਿਆ ਕਰੋ। ਕਹਿਣ ਲੱਗੇ ਹਾਂਜੀ। ਤੁਮਰੀ ਹੋਵਹਿਗੀ ਕਲਿਆਣ, ਤੁਹਾਡੀ ਕਲਿਆਣ ਹੋਏਗੀ, ਤੁਹਾਡਾ ਭਲਾ ਹੋਏਗਾ ਐਸੇ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਆ। ਹਾਂਜੀ। ਗੁਰ ਪੂਰੇ ਕੇ ਸੁੰਦਰ ਬੈਨ, ਸਿੱਖਿਆਨ ਸੁਨ ਮਨ ਉਪਜਿਓ ਚੈਨ। ਵਾਹ ਵਾਹ ਵਾਹ, ਗਰਜ ਕੇ ਆਖੋ ਵਾਹਿਗੁਰੂ। ਉੱਥੇ ਹੀ ਹੁਣ ਸੰਪੂਰਨਤਾ ਆ ਗਈ ਹੈ। ਤੇ ਜਿਹੜੀ ਪੰਕਤੀ ਆਪਾਂ ਪਿਛਲੇ 2 ਦਿਨਾਂ ਤੋਂ ਪੜ੍ਹ ਰਹੇ ਆ, ਉਸੇ ਪੰਕਤੀ ਦੇ ਅਰਥ ਆ ਗਏ ਜੀ। ਫਿਰ ਪੜਿਓ। ਗੁਰ ਪੂਰੇ ਕੇ ਸੁੰਦਰ ਬੈਨ, ਕਹਿਣ ਲੱਗੇ ਪੂਰੇ ਸਤਿਗੁਰੂ ਜੀ ਦੇ ਸੋਹਣੇ ਬਚਨ। ਪੂਰੇ ਗੁਰੂ ਜੀ ਕੌਣ ਨੇ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਸਿੱਖਿਆਨ ਸੁਨ ਮਨ ਉਪਜਿਓ ਚੈਨ। ਜਦੋਂ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਗੁਰੂ ਜੀ ਦੇ ਸਿੱਖਾਂ ਨੇ ਸੁਣੇ, ਇੰਨਾ ਮਹਾਨ ਸਥਾਨ ਹੈ ਹਰਿਮੰਦਰ ਸਾਹਿਬ, ਉਹਨਾਂ ਦੇ ਮਨ 'ਚ ਚੈਨ ਆਇਆ ਜੀ। ਹਾਂਜੀ। ਮਹਿਮਾ ਸੁਣੀ ਸੁਦਾਸਰ ਕੇਰੀ, ਹਾਂਜੀ। ਜੋ ਸਤਿਗੁਰ ਨਿਜ ਮੁਖ ਤੇ ਟੇਰੀ। ਆਪਣੇ ਮੁਖ ਤੋਂ ਅੰਮ੍ਰਿਤ ਬਚਨ ਉਚਾਰਦੇ ਆ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਦਾਸਰ ਦੀ ਮਹਿਮਾ ਕੀਤੀ ਜੀ। ਹਾਂਜੀ। ਕਹਿਤ ਭਏ ਸਤਿਗੁਰ ਧੰਨ ਧੰਨ, ਕੀਨੋ ਹਮਰਾ ਸਫਲ ਜਨਮ। ਉਹ ਸਿੱਖ ਦੋਵੇਂ ਜੀ, ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਭਾਈ ਪੈੜਾ ਜੀ ਤੇ ਭਾਈ ਕੰਧੂ ਜੀ ਸੱਚੇ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਤੁਸੀਂ ਧੰਨ ਹੋ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਤੇ ਬਚਨ ਸੁਣਾ ਕੇ ਸਰੋਵਰ ਬਣਾ ਕੇ ਸਾਡਾ ਜਨਮ ਮਰਨ ਹੀ ਸਵਾਰ ਦਿੱਤਾ ਮਹਾਰਾਜ। ਹਾਂਜੀ। ਕੀਤਕ ਦਿਨ ਰਹਿ ਸਤਿਗੁਰ ਪਾਸ, ਕਰੀ ਟਹਿਲ ਸਰ ਚਿਤ ਹੁਲਾਸ। ਕਈ ਦਿਨੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਹੇ ਤੇ ਸਾਧ ਸੰਗਤ ਜੀ ਇਸ਼ਨਾਨ ਵੀ ਕਰਦੇ ਰਹੇ ਤੇ ਸੇਵਾ ਵੀ ਕਰਦੇ ਰਹੇ ਤੇ ਜਨਮ ਮਰਨ ਸਵਾਰ ਲਿਆ ਜੀ ਉਹਨਾਂ ਨੇ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਭਲਾ ਕਰ ਰਹੇ ਹੈ, ਬਖਸ਼ਿਸ਼ਾਂ ਕਰ ਰਹੇ ਹੈ। ਤੇ ਜਦੋਂ ਅੰਮ੍ਰਿਤ ਬਚਨ ਜਿਹਨੂੰ ਸੁਣਾਉਂਦੇ ਆ, ਉਹਦੇ ਮਨ 'ਚ ਚੈਨ ਹੋ ਜਾਂਦਾ ਜੀ, ਉਹਦੇ ਮਨ ਨੂੰ ਚੈਨ ਮਿਲਦਾ, ਸ਼ਾਂਤੀ ਮਿਲਦੀ ਜੀ। ਮਹਾਰਾਜ ਗੁਰੂ ਰਾਮਦਾਸ ਜੀ ਇਸੇ ਕਰਕੇ ਕਹਿੰਦੇ ਨਾ, ਕਹਿੰਦੇ ਗੁਰੂ ਸਾਹਿਬ ਆਪ ਪ੍ਰਤੱਖ ਰੱਬ ਦੀ ਮੂਰਤ ਨੇ, ਅੰਮ੍ਰਿਤ ਬਚਨ ਸੁਣਾਉਂਦੇ ਆ। ਆਓ ਕੋਈ ਰਸਨਾ ਬਾਂਝੀ ਨਾ ਰਹੇ, ਪੰਕਤੀ ਪੜ੍ਹ ਕੇ ਖਿਮਾ ਮੰਗੀਏ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਸਤਿਗੁਰ ਦੇਵ ਪ੍ਰਤੱਖ ਹਰ, ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ। ਗੁਰੂ ਅਰਜਨ ਦੇਵ ਜੀ, ਸਤਿਗੁਰ ਦੇਵ ਸ੍ਰੀ ਗੁਰੂ ਅਰਜਨ ਸਾਹਿਬ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਸਤਿਗੁਰ ਜੋ ਅੰਮ੍ਰਿਤ ਬਚਨ ਸੁਣਾਵੈ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਵ ਪ੍ਰਤੱਖ ਹਰ ਮੂਰਤ, ਸਤਿਗੁਰ
ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਜਿਹੜਾ ਹੁਣ ਤੱਕ ਨਹੀਂ ਬੋਲਿਆ, ਹਾਂਜੀ, ਉਹ ਵੀ ਰਸਨਾ ਨੂੰ ਪਵਿੱਤਰ ਕਰ ਲੈ ਪਿਆਰ ਨਾਲ ਗੱਜ ਕੇ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਾਰਾ ਸ਼ਬਦ ਸੁਣ ਲਓ, ਸਾਰਾ ਸ਼ਬਦ ਕਹਿ ਕੇ ਖਿਮਾ ਮੰਗਾਂਗੇ। ਮਲਾਰ ਮਹੱਲਾ ਚੌਥਾ। ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਿਰ ਕਾਰ ਲਿਖਾਵੇ। ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਕਾਰੈ ਲਾਵੇ। ਰੱਬ ਦੇ ਪਿਆਰਿਆਂ ਨੂੰ ਰੱਬ ਨੇ ਵਡਿਆਈ ਦਿੱਤੀ ਜੀ, ਕੀ ਉਹਨਾਂ ਨੂੰ ਆਪਣੇ ਕੰਮੇ ਲਾਇਆ ਜੀ। ਆਖੋ ਵਾਹਿਗੁਰੂ। ਸਤਿਗੁਰ ਹਰ ਹਰ ਨਾਮ ਦਿਰੜਾਵੇ। ਗੁਰੂ ਸਾਹਿਬ ਕਿਰਪਾ ਕਰਦੇ, ਜਿਹਦੇ ਤੇ ਖੁਸ਼ ਹੁੰਦੇ ਜੀ ਉਹਨੂੰ ਨਾਮ ਦ੍ਰਿੜ ਕਰਾ ਦਿੰਦੇ, ਉਹਦੇ ਅੰਦਰ ਵਸਾ ਦਿੰਦੇ ਜੀ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭਉ ਜਲ ਜਗਤ ਤਰਾਵੈ। ਗੁਰੂ ਰਾਮਦਾਸ ਜੀ ਕਹਿੰਦੇ, ਮੇਰੇ ਸਿੱਖੋ, ਮੇਰੇ ਪਿਆਰਿਓ, ਮੇਰੇ ਭਰਾਵੋ, ਹਰ ਹਰ ਬੋਲਿਆ ਕਰੋ, ਭਾਵ ਵਾਹਿਗੁਰੂ ਵਾਹਿਗੁਰੂ ਆਖਿਆ ਕਰੋ। ਇਹ ਭਵ ਜਲ ਤੋਂ ਪਾਰ ਕਰਾਉਂਦਾ ਬੰਦੇ ਨੂੰ ਰੱਬ ਦਾ ਨਾਮ। ਰਹਾਓ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ, ਜਿਹੜਾ ਸਿੱਖ ਆਪਣੇ ਗੁਰੂ ਨੂੰ ਸੇਵਦਾ ਹੈ, ਆਪਣੇ ਗੁਰੂ ਦੀ ਪੂਜਾ ਕਰਦਾ ਹੈ, ਉਹ ਰੱਬ ਨੂੰ ਬੜਾ ਚੰਗਾ ਲੱਗਦਾ ਹੈ। ਹੱਥ ਜੋੜ ਕੇ ਪ੍ਰੇਮ ਨਾਲ ਕਹੀਏ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੇ। ਰੱਬ ਦੀ ਸੇਵਾ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਜੀ। ਕਰ ਕਿਰਪਾ ਆਪ ਤਰਾਵੇ। ਜਿਹੜਾ ਫਿਰ ਕਰਦਾ, ਮਹਾਰਾਜ ਕਿਰਪਾ ਕਰਕੇ ਉਹਨੂੰ ਤਾਰ ਦਿੰਦੇ ਜੀ। ਹਾਂਜੀ, ਅੱਗੋਂ ਮਹਾਰਾਜ ਕਿਰਪਾ ਕਰਦੇ ਆ। ਭਰਮ ਭੁੱਲੇ ਅਗਿਆਨੀ ਅੰਧਲੇ, ਭ੍ਰਮ ਫੂਲ ਤੁਰਾਵੇ।
ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੇ। ਭਰਮਾਂ ਚ ਪਏ ਹੋਏ ਬੰਦੇ ਗੁਰੂ ਨੂੰ ਨਹੀਂ ਮੰਨਦੇ ਜੀ। ਹਾਂਜੀ, ਗੁਰੂ ਨੂੰ ਨਹੀਂ ਮੰਨਦੇ, ਮੜੀਆਂ ਨੂੰ ਮੰਨਦੇ। ਗੁਰੂ ਰਾਮਦਾਸ ਜੀ ਕਹਿੰਦੇ, ਉਦੋਂ ਵੀ ਮੰਨਦੇ ਸੀਗੇ ਜੀ, ਮੜੀਆਂ ਨੂੰ ਮੰਨਦੇ ਆ। ਮੜੀਆਂ ਤੇ ਜਾ ਕੇ ਕੀਤੀ ਸੇਵਾ ਦਾ ਕੋਈ ਫਲ ਨਹੀਂ ਹੈਗਾ। ਮਹਾਰਾਜ ਕਹਿੰਦੇ ਜਿਹੜਾ ਆਪ ਹੀ ਮਰਿਆ ਪਿਆ ਉਹਨੇ ਕਿਸੇ ਨੂੰ ਸੇਵਾ ਦਾ ਕੀ ਫਲ ਦੇਣਾ ਹੈ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਣਾ। ਜਿਹੜਾ ਬ੍ਰਹਮ ਨੂੰ ਬਿੰਦਦਾ ਹੋਵੇ ਉਹ ਗੁਰੂ ਹੈ, ਜਿਹਦੇ ਬਚਨਾਂ ਚ ਬ੍ਰਹਮ ਦਾ ਗਿਆਨ ਹੋਵੇ, ਜਿਹੜਾ ਰੱਬ ਦੀ ਕਥਾ ਸੁਣਾਵੇ। ਕਹਿਣ ਲੱਗੇ ਅੱਗੋਂ ਕਹਿੰਦੇ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚੋ। ਉਸ ਗੁਰੂ ਨੂੰ ਕੱਪੜੇ ਭੇਟਾ ਕਰੋ, ਉਸ ਗੁਰੂ ਨੂੰ ਪ੍ਰਸ਼ਾਦਾ ਭੇਟਾ ਕਰੋ, ਉਸ ਗੁਰੂ ਨੂੰ ਮਾਇਆ ਭੇਟਾ ਕਰੋ, ਬੜੀਆਂ ਵਿਧੀਆਂ ਦੇ ਨਾਲ ਛਕਾਓ ਉਸ ਗੁਰੂ ਦੀ ਭਾਵ ਸੇਵਾ ਕਰੋ। ਹਾਂਜੀ, ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ। ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਉਹਦਾ ਜਿਹੜਾ ਪੁੰਨ ਲੱਗੇਗਾ ਨਾ, ਗੁਰੂ ਰਾਮਦਾਸ ਜੀ ਕਹਿੰਦੇ ਉਸ ਪੁੰਨ ਦੀ ਤੁਹਾਨੂੰ ਤੋਟ ਨਹੀਂ ਆਏਗੀ ਕਦੇ ਵੀ। ਹਾਂਜੀ, ਕਿਉਂ? ਸਤਿਗੁਰੂ ਦੇਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਕਹਿੰਦੇ ਉਹਦਾ ਕਾਰਨ ਇਹ ਹੈ ਗੁਰੂ ਸਾਹਿਬ ਆਪ ਹੀ ਰੱਬ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਵਾਲੀ ਭਾਵਨਾ ਰੱਖਣੀ ਹੈ। ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ। ਉਸ ਸਿੱਖ ਦੇ ਬੜੇ ਚੰਗੇ ਭਾਗ ਜਿਹੜੇ ਪ੍ਰਤੱਖ ਰੱਬ ਗੁਰੂ ਜੀ ਦੇ ਚਰਨਾਂ ਚ ਆ ਜਾਂਦਾ, ਗੁਰੂ ਜੀ ਕੋਲੋਂ ਸਮੱਤ ਲੈ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ। ਗੁਰੂ ਸਾਹਿਬ ਮਿਹਰ ਕਰਨ। ਜਪੋ ਪ੍ਰੇਮ ਨਾਲ ਲਾਸਟ ਪੰਕਤੀ, ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।